ਲੋਕਾਂ ਨੂੰ ਅਜੇ ਵੀ ਆਪਦੀਆਂ ਘਰ ਦੀਆਂ ਟਾਈਆਂ ਨੂੰ ਛੱਡ ਕੇ ਇਸ ਥਾਂ ਤੇ ਆ ਕੇ ਆਪਦਾ ਸਮਾਂ ਬਿਤਾਓ, ਤੁਹਾਨੂੰ ਸਕੂਨ ਮਿਲੂਗਾ। ਤੁਹਾਨੂੰ ਐ ਲੱਗੂਗਾ ਵੀ ਰੂਹ ਦੀ ਖੁਰਾਕ ਤੁਹਾਨੂੰ ਮਿਲ ਗਈ। ਜਿਹੜੇ ਨਹੀਂ ਗਏ ਉਹਨਾਂ ਵਾਸਤੇ ਪੈਗਾਮ ਹੈ, ਇਹ ਲੁਧਿਆਣੇ ਦਾ ਸਿੰਘੂ ਬਾਰਡਰ ਹੈ। ਅਰਸ਼ਾਂ ਤੋਂ ਫਰਸ਼ਾਂ ਤੇ ਲਿਆਉਣਾ ਪੰਜਾਬੀਆਂ ਦੀ ਫਿਤਰਤ ਹੈ। ਜੇ ਅਸੀਂ ਅਰਸ਼ਾਂ ਤੇ ਲੈ ਕੇ ਜਾਂਦੇ ਹਾਂ ਕਿਸੇ ਨੂੰ, ਉਹਨਾਂ ਦੀ ਗੁੱਡੀ ਚਾੜਦੇ ਹਾਂ ਤੇ ਜ਼ਮੀਨ ਤੇ ਯਾਦ ਕਰਾਈ ਦੀ ਹੈ ਵੀ ਧਰਤੀ ਭਾਈ 20 ਫੁੱਟ ਡੂੰਘਾ ਦੱਬੀ ਦਾ ਉਹ ਬੰਦੇ ਨੂੰ ਮੁੜ ਕੇ ਲਿਆ ਕੇ ਅਸੀਂ, ਜੇ ਉਹ ਨਹੀਂ ਪੰਜਾਬ ਦੇ ਹਿੱਤਾਂ ਦੀ ਗੱਲ ਕਰਦਾ। ਮੈਂ ਨਾਂ ਲੈਣਾ ਉਸ ਬਸ਼ਰਮ ਦਾ, ਨੇਕੀ ਹੈ। ਉਹ ਕਿਹੜਾ ਕੰਮ ਨੇਕੀ ਦਾ ਕੀਤਾ ਉਸ ਕੰਜਰ ਨੇ? ਸੋ ਸਾਰੇ ਪਿੰਡ ਦੀ ਝੂਠ ਨਹੀਂ ਛੱਡਣੀ ਤੇ ਨਾਂ ਸੁੱਚਾ ਸਿੰਘ, ਤੇ ਸਾਰਿਆਂ ਤੋਂ ਲੁੱਚਾ ਸੀਗਾ ਉਹ ਬੰਦਾ, ਘਟਿਆ। ਮੈਂ ਕਹਿੰਦਾ ਪਰਮਾਤਮਾ ਕਰੇ ਉਹਨੂੰ ਚੱਕ ਹੀ ਲਵੇ। ਸੋ ਮੇਰੀ ਇਹ ਬੇਨਤੀ ਹੈ, ਇਹ ਉਹਨਾਂ ਮਾਵਾਂ ਨੂੰ ਵੀ ਆਪਦੇ ਪੁੱਤਾਂ ਨੂੰ ਜੂੰਡਿਆਂ ਤੋਂ ਫੜ ਫੜ ਕੇ ਹਿਲਾਓ, ਉਹਨਾਂ ਨੂੰ ਸਮਝਾਓ ਵੀ ਇੱਥੇ ਭਾਜਪਾ ਭਗਤ ਨਾ ਬਣੋ, ਮੋਦੀ ਭਗਤ ਨਾ ਬਣੋ। ਜਿਹੜਾ ਹੱਕ ਸੱਚ ਹੈ ਉਹਦੇ ਖਿਲਾਫ ਤੁਹਾਨੂੰ ਡਟਣਾ ਚਾਹੀਦਾ ਆ। ਬੜਾ ਕਹਿੰਦਾ ਹੁੰਦਾ ਸੀ ਸਰਕਾਰ ਆਉਣ ਤੋਂ ਪਹਿਲਾਂ ਵੀ 35 ਰੁਪਏ 'ਚ ਪੈਟਰੋਲ ਚਾਹੀਦਾ ਜਾਂ 100 ਰੁਪਏ 'ਚ ਪੈਟਰੋਲ ਚਾਹੀਦਾ। ਤੁਹਾਨੂੰ ਪਤਾ ਹੀ ਕਿਹਦਾ ਨਾਮ ਲੈ ਰਿਹਾ, ਹੁਣ ਉਹਦਾ ਆਪਣਾ ਹੀ ਬੜਾ ਤਗੜਾ ਕਾਰਪੋਰੇਟ ਹਾਊਸ ਬਣ ਚੁੱਕਾ ਹੈ। ਉਹ ਬੰਦਾ ਅੱਜ ਕੱਲ੍ਹ ਨਜ਼ਰ ਨਹੀਂ ਆ ਰਿਹਾ। ਨਾਮ ਤਾਂ ਬੜਾ ਪਵਿੱਤਰ ਆ ਰਾਮਦੇਵ, ਪਰ ਹਰਕਤਾਂ ਹਰਾਮਦੇਵ ਵਾਲੀਆਂ ਨੇ ਉਹਦੀਆਂ। ਤੇ ਸੰਘਰਸ਼ ਦੇ ਵਿੱਚ ਸਲਵਾਰ ਪਾ ਕੇ ਭਾਜਣ, ਸਾਨੂੰ ਇਦਾਂ ਦੇ ਸੇਵਾਦਾਰਾਂ ਦੀ ਲੋੜ ਨਹੀਂ। ਇਹ ਉਹ ਲੋਕ ਨੇ ਜਿਹੜੇ ਥੋੜੇ ਜਿਹੇ ਇਕੱਠ ਨੂੰ ਦੇਖ ਕੇ, ਪੁਲਿਸ ਨੂੰ ਦੇਖ ਕੇ ਸਲਵਾਰਾਂ ਪਾ ਕੇ ਭੱਜ ਲੈਂਦੇ ਆ। ਤੇ ਸਾਡੇ ਸੂਰਮੇ ਉਹ ਨੇ ਜਿਨ੍ਹਾਂ ਨੇ ਦਿੱਲੀ ਦੇ ਤਖਤ ਦੇ ਉੱਤੋਂ ਤਖਤੋਂ ਤੌਸ ਪੱਟ ਕੇ ਲਿਆਏ ਸੀ। ਅੱਜ ਵੀ ਅਕਾਲ ਤਖਤ ਸਾਹਿਬ ਤੁਸੀਂ ਚਲ ਜਾਓ, ਦਿੱਲੀ ਦਾ ਤਖਤ ਸਿੰਘ ਪੱਟ ਕੇ ਲਿਆਏ ਸੀ। ਪਹਿਲਾਂ ਖਾਲਿਸਤਾਨੀ ਸੀ, ਫਿਰ ਜਦੋਂ ਖਾਲਿਸਤਾਨੀ ਵਾਲਾ ਮੁੱਦਾ ਨਾ ਚੱਲਿਆ ਫਿਰ ਧਰਮ ਵਾਲੇ ਮੁੱਦੇ ਤੇ ਆ ਗਏ, ਧਰਮ ਵਾਲਾ ਮੁੱਦਾ ਨਾ ਚੱਲਿਆ ਤੇ ਹੁਣ ਓਪੋਜੀਸ਼ਨ ਵਾਲੇ ਮੁੱਦੇ ਤੇ ਆ ਗਏ। ਗੱਲ ਤਾਂ ਇਹ ਹੈ, ਇਹਨਾਂ ਕੋਲੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਇਹੀ ਚੀਜ਼ ਰਹੀ ਹੈ। ਸੋ ਦੁਕਾਨਦਾਰ ਵੀਰਾਂ ਨੂੰ ਅਪੀਲ ਕਰਦਾ, ਜਿਹੜੇ ਵੱਡੇ ਵੱਡੇ ਵਪਾਰੀ ਨੇ ਉਹਨਾਂ ਨੂੰ ਅਪੀਲ ਹੈ, ਹੋਲਸੇਲਰਾਂ ਨੂੰ ਅਪੀਲ ਆ, ਅੰਡਾਨੀਆਂ ਅੰਬਾਨੀਆਂ ਦੀਆਂ ਕੰਪਨੀਆਂ ਦਾ ਮਾਲ ਵੇਚਣਾ ਬੰਦ ਕਰ ਦਿਓ, ਨਹੀਂ ਤਾਂ ਆਉਣ ਵਾਲੇ ਸਮੇਂ 'ਚ ਤੁਹਾਨੂੰ ਨਤੀਜੇ ਭੁਗਤਣੇ ਪੈਣਗੇ। ਜਿੱਥੇ ਜਿੱਥੇ ਆਪਣੇ ਬਾਬੇ ਰਾਮਦੇਵ ਦੇ ਜਿੱਥੇ ਜਿੱਥੇ ਤੁਹਾਨੂੰ ਸਟੋਰ ਦਿਖਦੇ ਨੇ, ਪੂਰਨ ਤੌਰ ਤੇ ਉਹਨਾਂ ਦਾ ਬਾਈਕਾਟ ਕਰੋ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਹੁਣ ਤਾਂ ਇਹ ਪੰਪ ਬੰਦ ਕਰਾਇਆ ਨਾ, ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਅਸੀਂ ਨੱਕ ਦੇ ਵਿੱਚ ਦਮ ਕਰ ਦਾਂਗੇ। ਇਦੋਂ ਪਹਿਲਾਂ ਤੁਸੀਂ ਆਪ ਹੀ ਇਹ ਪਤੰਜਲੀ ਦੇ ਜਿੰਨੇ ਸਟੋਰ ਨੇ ਇਹ ਬੰਦ ਕਰੋ। ਪੈਟਰੋਲ ਆ ਜਿਹੜਾ 35 ਰੁਪਏ ਦਾ ਪੈਟਰੋਲ 70 80 75 ਰੁਪਏ ਵਿਕਦਾ, ਇਹ ਚੋਰ ਬਜ਼ਾਰੀ ਨਹੀਂ ਗੀ, ਇਹ ਠੱਗੀ ਨਹੀਂ ਗੀ, ਇਹ ਲੋਕਾਂ ਦੇ ਹਿੱਤਾਂ ਨਾਲ ਖਲਵਾੜ ਨਹੀਂ ਗਾ। ਸੋ ਇਹਨਾਂ ਚੀਜ਼ਾਂ ਬਾਰੇ ਤਾਂ ਇਹ ਬੋਲਦੇ ਨਹੀਂ ਗੇ। ਉਦੋਂ ਤਾਂ ਇਹ ਧਰਨੇ ਲਾਉਂਦੇ ਸੀ ਕਾਂਗਰਸ ਦੇ ਖਿਲਾਫ, ਲੀਡਰ ਭਾਜਪਾ ਦੇ, ਕਦੇ ਗੈਸ ਸਿਲੰਡਰ ਚੱਕ ਕੇ ਮੋਢਿਆਂ ਤੇ ਤੁਰੇ ਫਿਰਦੇ ਸੀ, ਕਦੇ ਸਬਜ਼ੀਆਂ ਮਹਿੰਗੀਆਂ ਹੋ ਗਈਆਂ। ਹੁਣ ਜਿਹੜੀ ਅੱਗ ਲੱਗੀ ਹੈ ਇਹਨਾਂ ਨੂੰ ਦਿਖਦੀ ਨਹੀਂ। ਜਿਹੜਾ ਸ਼ਹਿਰੀਆਂ ਦੇ ਅਗੇਂਸਟ ਬਿੱਲ 'ਚ ਲੈ ਕੇ ਆਉਂਦਾ, ਉਹ ਇਹੀ ਚੀਜ਼ ਲੈ ਕੇ ਆਉਂਦੀ ਜਦੋਂ ਇਲੀਗਲ ਹੋਰਡਿੰਗ ਹੋਈ। ਇਸ ਤੋਂ ਪਹਿਲਾਂ ਵਾਲਾ ਜਿਹੜਾ ਸੀਗਾ, ਕਹਿ ਲਓ ਵੀ ਕਾਂਗਰਸ ਦੇ ਟਾਈਮ 1 ਰੁਪਈਆ ਪੈਟਰੋਲੀਆਂ ਡੀਜ਼ਲ ਵੱਧਦਾ ਸੀ, ਤੇ ਇਹਨਾਂ ਦੀ ਉਹ ਬੀਬੀ ਕੀ ਆ, ਬੀਜੇਪੀ ਵਾਲੀ, ਹਾਂ, ਕਿੱਦਾਂ ਰੌਲਾ ਪਿਆ ਸੀ ਸੜਕਾਂ ਦੇ ਉੱਪਰ। ਤੇ ਹੁਣ 5 ਰੁਪਏ ਇਕੱਠੇ ਵੱਧ ਜਾਣ, 7 ਰੁਪਏ ਇਕੱਠੇ ਵੱਧ ਜਾਣ, 10 ਰੁਪਏ ਇਕੱਠੇ ਵੱਧ ਜਾਣ, ਤੇ ਹੁਣ ਕੋਈ ਕੁਛ ਨਹੀਂ ਬੋਲਦਾ। ਠੀਕ ਹੈ, ਮੈਂ ਮੰਨਦਾ, ਫਿਰ ਠੀਕ ਹੈ ਨਾ, ਇਹ ਕਹਿੰਦਾ ਨਾ ਵੀ ਉਹ ਹੈ ਓਪੋਜੀਸ਼ਨ ਹੈ। ਇਹ ਤਾਂ ਕਾਂਗਰਸ ਵਾਲੇ ਵੀ ਨਹੀਂ ਕੁਛ ਬੋਲਦੇ ਪਏ ਯਾਰ, ਫਿਰ ਕਾਹਦੀ ਓਪੋਜੀਸ਼ਨ? ਨੌਜਵਾਨਾਂ ਨੂੰ ਤੁਹਾਨੂੰ ਸਹੁੰ ਹੈ ਪੰਜਾਬ ਦੀ ਮਿੱਟੀ ਦੀ। ਜੇ ਅੱਜ ਵੀ ਤੁਹਾਡਾ ਅੰਦਰੋਂ ਤੁਹਾਡਾ ਜ਼ਮੀਰ ਤੁਹਾਨੂੰ ਕਹਿੰਦਾ ਆ ਵੀ ਅਸੀਂ ਪੰਜਾਬ ਨਾਲ ਗਦਾਰੀ ਕਰਨੀ ਹੈ, ਇਹ ਆਉਣ ਵਾਲੇ ਵਕਤ ਦੇ ਵਿੱਚ ਲੋਕ ਮੂੰਹ ਕਾਲਾ ਕਰਨਗੇ ਉਹਨਾਂ ਦਾ। ਰੋਜ਼ ਦੀ ਰੋਜ਼ ਇਕਨੋਮਿਕਸ ਟਾਈਮ ਦੇ ਵਿੱਚ ਆ ਰਿਹਾ ਵੀ ਅੰਬਾਨੀਆਂ ਨੂੰ ਇੰਨਾ ਘਾਟਾ ਪੈ ਰਿਹਾ, ਅਡਾਨੀਆਂ ਨੂੰ ਇੰਨਾ ਘਾਟਾ ਪੈ ਰਿਹਾ। ਜੋ ਅੱਜ ਇਹ ਲੁਧਿਆਣੇ ਸ਼ਹਿਰ ਵਿੱਚ ਚੱਲ ਰਿਹਾ ਨਾ, ਜੇ ਸਾਰੇ ਕਿਤੇ ਇੰਡੀਆ 'ਚ ਚੱਲਣ ਲੱਗ ਜੇ ਨਾ ਵੀਰੇ, ਪੱਕੀ ਗੱਲ ਹੈ, ਪੱਕੀ ਸ਼ੋਰਟੀ ਗੱਲ ਹੈ, 15 ਦਿਨਾਂ ਬਾਅਦ ਨਾ ਇਹ ਬਿੱਲ ਵਾਪਸ ਹੋ ਜਾਣਗੇ। ਔਰ ਅਡਾਨੀ ਅੰਬਾਨੀ ਜਿਨ੍ਹਾਂ ਨੇ ਬਿੱਲ ਪਾਸ ਕਰਾਉਣੇ ਸੀ ਨਾ ਮੋਦੀ ਦੇ ਥਰੂ, ਉਹੀ ਮੋਦੀ ਨੂੰ ਕਹਿਣਗੇ ਭਾਜੀ ਸਾਡਾ ਬਹੁਤ ਨੁਕਸਾਨ ਹੋ ਗਿਆ, ਬਿੱਲ ਵਾਪਸ ਕਰ ਲਓ। ਇੱਕੋ ਹੀ ਤਰੀਕਾ, ਇਹਨਾਂ ਦੇ ਸਾਰੇ ਪ੍ਰੋਡਕਟਸ, ਇਹਨਾਂ ਦੇ ਸਾਰੀਆਂ ਚੀਜ਼ਾਂ ਦਾ ਟੋਟਲ ਬਾਇਕਾਟ ਕਰ ਲਓ। ਇਹ ਪੰਪ ਤੇ ਆਉਣਾ ਮੈਨੂੰ ਬੜੀ ਖਿੱਚ ਚੜ੍ਹਦੀ ਸੀ। ਐਡਾ ਵੱਡਾ ਕਿਸਾਨੀ ਸੰਘਰਸ਼ ਚੱਲਦਾ ਹੋਵੇ, 5 ਲੱਖ ਬੰਦਾ ਬਾਰਡਰਾਂ 'ਤੇ ਬੈਠਾ ਹੋਵੇ, 에ਅਰਲਾਈਨਸ ਦਾ ਪੰਪ ਸਾਨੂੰ ਜੀਭਾਂ ਚੜਾ ਰਿਹਾ ਸੀਗਾ ਵੀ ਲਓ ਜੀ ਮੈਂ ਖੁੱਲ੍ਹਾ ਆ। ਕਈ ਲੋਕਾਂ ਨੇ ਬੰਦ ਕਰਾਇਆ, ਇਹਨਾਂ ਨੇ ਕਿਸੇ ਦੀ ਨਹੀਂ ਸੁਣੀ। ਸੋ ਇਹਨਾਂ ਨੇ ਆਪਦੇ ਪੈਰੀਂ ਆਪ ਘਲਾੜਾ ਮਾਰ ਲਿਆ। ਇਹ ਸਾਰੇ ਬਿੱਲਾਂ 'ਚ ਸਿਰਫ 2 ਕਾਰਪੋਰੇਟ ਹਾਊਸਿਸ ਨੂੰ ਫਾਇਦਾ ਹੋ ਰਿਹਾ। ਇਹਦਾ ਮਤਲਬ ਇਹ ਕਾਰਪੋਰੇਟਡ ਹਾਊਸਿਸ ਵੱਲੋਂ ਜਿਹੜੀ ਹੈ ਇਹ ਸਾਰੇ ਦੇ ਸਾਰੇ ਬਿੱਲ ਲਿਆਂਦੇ ਗਏ, ਤੇ ਅਸਲ ਵਿੱਚ ਲੜਾਈ ਸਾਡੀ ਉਹਨਾਂ ਦੇ ਖਿਲਾਫ ਹੀ ਹੈ, ਅੰਡਾਨੀਆਂ ਤੇ ਅੰਬਾਨੀਆਂ ਦੇ ਖਿਲਾਫ, ਕਿਉਂਕਿ ਉਹਨਾਂ ਨੇ ਹੀ ਇਹਦੀ ਧੌਣ ਤੇ ਗੋਡਾ ਦੇ ਕੇ ਸਾਰਾ ਕੁਝ ਲੈ ਕੇ ਆਉਂਦਾ। ਇਹਦੀ ਧੌਣ ਤੇ ਗੋਡਾ ਦੇ ਕੇ ਉਹ ਸਾਰੀਆਂ ਚੀਜ਼ਾਂ ਲੈ ਕੇ ਆਉਂਦੀਆਂ ਜਿਹੜੀਆਂ ਉਹਨਾਂ ਦੇ ਫੇਵਰ 'ਚ ਸੀ। ਵੈਸਟਰਨ ਕੰਟਰੀਜ਼ 'ਚ ਕੀ ਹੁੰਦਾ, ਇੱਕ ਕਾਰਪੋਰੇਟ ਹਾਊਸ 1 ਜਾਂ 2 ਬਿਜ਼ਨਸ ਚਲਾ ਸਕਦਾ। ਇੱਥੇ ਤਾਂ ਕਾਰਪੋਰੇਟ ਹਾਊਸ 2 ਨੇ ਤੇ ਬਿਜ਼ਨਸ ਸਾਰੇ ਹੀ।
ਅਸੀਂ ਉਸ ਕੌਮ ਦੇ ਵਾਰਸ ਹਾਂ ਜਿਨ੍ਹਾਂ ਨੇ ਦਿੱਲੀ 'ਚ ਦਾਲ ਕਿਲੇ ਤੋਂ ਜਾ ਕੇ ਇਹਨਾਂ ਨੂੰ ਫਰੰਗੀਆਂ ਨੂੰ, ਅਬਦਾਲੀਆਂ ਨੂੰ, ਸਾਰਿਆਂ ਨੂੰ ਇੱਥੋਂ ਭਜਾਇਆ, ਤੇ ਇਹ ਸਾਡੇ ਨਾਲ ਪੰਗੇ ਲੈ ਰਹੇ ਨੇ। ਕੱਲ ਦੀਆਂ ਤੁਸੀਂ ਤਸਵੀਰਾਂ ਦੇਖਿਆ ਹੀ ਹੋਣਗੀਆਂ, ਜਿਹੜੇ ਇਕੱਲੇ ਬੰਦੇ ਨੇ ਇੱਥੇ ਪੂਰਾ ਪੰਪ ਬੰਦ ਕਰਾਇਆ ਸੀ। ਤੁਹਾਨੂੰ ਦੱਸ ਦਈਏ ਇਹ ਪੰਪ ਕਿਹੜਾ, ਕਈ ਵਾਰੀ ਸਾਨੂੰ ਪੁੱਛਦੇ ਵੀ ਨੇ ਲੋਕ, ਤਾਂ ਤੁਹਾਨੂੰ ਦੱਸ ਦਈਏ ਵੀ ਡੁਗਰੀ ਰਿਲਾਇੰਸ ਪੰਪ ਕਾਫੀ ਮਸ਼ਹੂਰ ਪੰਪ ਹੈ। ਡੁਗਰੀ ਦੇ ਸਾਰੇ ਵਸਨੀਕ, ਜੇ ਗੱਲ ਕਰੀਏ ਜ਼ਿਆਦਾਤਰ ਵਸਨੀਕ ਇੱਥੋਂ ਹੀ ਪੈਟਰੋਲ ਪਵਾਉਂਦੇ ਸੀ। ਕਿ ਕੱਲ ਦੀਆਂ ਵੀਡੀਓਜ਼ ਤੁਸੀਂ ਦੇਖੀਆਂ ਹੀ ਸੀਗੀਆਂ ਵੀ ਕਿੱਦਾਂ ਇੱਕ ਇਕੱਲੇ ਬੰਦੇ, ਜਿਸ ਦਾ ਨਾਮ ਗੁਰਪਾਲ ਗਰੇਵਾਲ ਸਰਾਭਾ ਹੈ, ਇਕੱਲੇ ਬੰਦੇ ਨੇ ਪੂਰਾ ਪੰਪ ਬੰਦ ਕਰਵਾਇਆ। ਜ਼ਰੂਰ ਉਸ ਸਮੇਂ ਪੁਲਿਸ ਨੇ ਆ ਕੇ ਵੀ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਰੁਕਿਆ ਕਿਉਂਕਿ ਹੌਸਲੇ ਬੁਲੰਦ ਸੀ। ਜਿੰਨੇ ਵੀ ਲੋਕ ਪਵਾ ਰਹੇ ਸੀ ਉਹਨਾਂ ਨੂੰ ਵੀ ਰਿਕੁਐਸਟ ਵੀ ਕੀਤੀ ਵੀ ਤੁਸੀਂ ਕਿਉਂ ਪਵਾ ਰਹੇ ਹੋ। ਇੰਨਾ ਜਿੱਥੇ ਕਿਸਾਨ ਬਾਰਡਰਾਂ ਤੇ ਬੈਠਾ ਉੱਥੇ ਬਾਰ-ਬਾਰ ਉਹ ਕਹਿ ਰਹੇ ਨੇ, ਜਿਹੜੇ ਕਿਸਾਨ ਨੇ, ਕਿਸਾਨ ਜਥੇਬੰਦੀ, ਕਿਸਾਨ ਆਗੂ ਬਾਰ-ਬਾਰ ਕਹਿ ਰਹੇ ਆ ਵੀ ਇਹਨਾਂ ਦਾ ਤੁਸੀਂ ਜਿੰਨਾ ਹੋ ਸਕਦਾ ਹੈ ਬਾਇਕਾਟ ਕਰੋ। ਤੇ ਬਾਇਕਾਟ ਦੀ ਸਭ ਤੋਂ ਵੱਡੀ ਤਸਵੀਰ ਤੁਸੀਂ ਆਹ ਦੇਖ ਸਕਦੇ ਹੋ ਵੀ ਪੈਟਰੋਲ ਪੰਪ ਦੇ ਬਾਹਰ ਹੀ ਏਅਰਟੈਲ ਨੇ ਆਪਣੀ ਛਤਰੀ ਲਾਤੀ ਹੈ ਜੀਓ ਸਿਮ ਪੋਰਟ ਕਰਾਉਣ ਵਾਸਤੇ। ਇੱਥੇ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰੀਕੇ ਨਾਲ ਜੀਓ ਤੇ ਰਿਲਾਇੰਸ ਪੰਪਾਂ ਦਾ ਹੁਣ ਬਾਇਕਾਟ ਹੋ ਰਿਹਾ। ਤੇ ਇੱਥੇ ਤੁਸੀਂ ਦੇਖ ਸਕਦੇ ਹੋ ਵੀ ਪੱਕਾ ਮੋਰਚਾ ਹੁਣ ਲੱਗ ਚੁੱਕਾ ਹੈ। ਗੁਰਪਾਲ ਗਰੇਵਾਲ ਸਰਾਭਾ ਜੀ ਸਾਡੇ ਨਾਲ ਮੌਜੂਦ ਹੈ, ਗੱਲਬਾਤ ਕਰਦੇ ਆ ਉਹਨਾਂ ਨਾਲ। ਕੱਲ ਜਦੋਂ ਆਏ ਸੀਗੇ ਸੋਚਿਆ ਸੀ ਵੀ ਇਸ ਤਰੀਕੇ ਦਾ ਪੱਕਾ ਮੋਰਚਾ ਲੱਗ ਜਾਏਗਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲ ਸ਼ੁਰੂਆਤ ਕਰਦੇ ਆ ਕੱਲ ਦੇ ਇਸ ਮਿਸ਼ਨ ਦੀ। ਇਹ ਪੈਟਰੋਲ ਪੰਪ ਵਾਲਿਆਂ ਨੇ ਆਪ ਹੀ ਬੰਦ ਕਰਾ ਲਿਆ ਜੀ ਇਹ ਪੰਪ, ਕਿਉਂਕਿ ਮੇਰਾ ਤਾਂ ਸਿਰਫ ਉਦੇਸ਼ ਲੋਕਾਂ ਨੂੰ ਜਾਗਰੂਕ ਕਰਨਾ ਸੀ। ਜਿਹੜੇ ਲੋਕ ਅਜੇ ਵੀ ਪੰਜਾਬ ਦੀ ਮਿੱਟੀ ਦਾ ਖਾ ਕੇ, ਪੰਜਾਬ ਦੇ ਅੰਨ ਖਾ ਕੇ ਪੰਜਾਬ ਨਾਲ ਧੋਖਾ ਕਰਦੇ ਨੇ, ਮੈਂ ਤਾਂ ਉਹਨਾਂ ਨੂੰ ਜਾਗਰੂਕ ਕਰ ਰਿਹਾ ਸੀ ਵੀ ਆਪਾਂ ਨੂੰ ਰਿਲਾਇੰਸ ਦਾ ਜਿਹੜਾ ਅਡਾਨੀ ਅੰਬਾਨੀ ਦਾ ਬਾਈਕਾਟ ਕਰਨਾ ਚਾਹੀਦਾ। ਔਰ ਲੋਕ ਇਹ ਗੱਲ ਨੂੰ ਸਮਝ ਵੀ ਰਹੇ ਸੀ, ਔਰ ਜਿਹੜੇ ਨਾ ਸਮਝ ਸੀ, ਜਿਹੜੇ ਕਹਿ ਲਓ ਵੀ ਜਿਨ੍ਹਾਂ ਨੇ ਪੰਜਾਬ ਦਾ ਖਾ ਕੇ ਹਰਾਮ ਕਰਨਾ, ਉਹਨਾਂ ਨੂੰ ਮੈਂ ਕੁਝ ਨਹੀਂ ਕਹਿ ਸਕਦਾ। ਸੋ ਜਿਹੜਾ ਬੰਦਾ ਕਿਸੇ ਦਾ ਖਾ ਕੇ ਹਰਾਮ ਕਰਦਾ ਉਹਨੂੰ ਆਪਾਂ ਕੀ ਕਹਿੰਦੇ ਆ? ਹਰਾਮੀ ਕਹਿੰਦੇ ਆ। ਸੋ ਜਿਹੜੇ ਪੰਜਾਬ ਦਾ ਖਾ ਕੇ ਅਜੇ ਵੀ ਅੰਨ ਹਰਾਮ ਕਰਦੇ ਨੇ ਉਹਨਾਂ ਲਈ ਇਹ ਲਫ਼ਜ਼ ਢੁੱਕਦਾ ਆ। ਮੈਂ ਕਿਸੇ ਪਾਰਟਿਕੂਲਰ ਕਿਸੇ ਇੱਕ ਸ਼ਖਸ ਨੂੰ ਨਹੀਂ ਇਹ ਕਹਿੰਦਾ। ਜਿਹੜੇ ਪੰਜਾਬ ਦਾ ਖਾ ਕੇ, ਪੰਜਾਬ ਦੀਆਂ ਉਹ ਮਾਵਾਂ ਨੇ ਜਿਨ੍ਹਾਂ ਨੇ ਇੱਥੋਂ ਅੰਨ ਖਾ ਕੇ ਦੁੱਧ ਪਿਆ ਕੇ ਜਵਾਕਾਂ ਨੂੰ ਜਵਾਨ ਕੀਤਾ ਆ, ਉਹ ਆਪਣੀ ਮਿੱਟੀ ਦੇ ਨਾਲ ਮੋਹ ਨਹੀਂ ਉਹਨਾਂ ਦਾ ਅਜੇ ਵੀ ਬਾਹਰ ਆਇਆ। ਲੱਖ ਲਾਹਣਤਾਂ ਇਹੋ ਜਿਹਾ ਨੇ ਜਨਮ ਲੈਣ ਦੇ। ਉਹਨਾਂ ਕੁੱਖਾਂ ਨੂੰ ਲੋਕ ਕਦੇ ਵੀ ਜਿਹੜਾ ਆ ਮਾਫ ਨਹੀਂ ਕਰਨਗੇ ਜਿਨ੍ਹਾਂ ਕੁੱਖਾਂ 'ਚੋਂ ਇਹੋ ਜਿਹੀਆਂ ਔਲਾਦਾਂ ਪੈਦਾ ਹੋਈਆਂ ਨੇ ਜਿਹੜੀਆਂ ਪੰਜਾਬ ਦੇ ਵਿਰੁੱਧ ਨੇ। ਸੋ ਮੇਰੀ ਇਹ ਬੇਨਤੀ ਹੈ ਇਹ ਉਹਨਾਂ ਮਾਵਾਂ ਨੂੰ ਵੀ ਆਪਦੇ ਪੁੱਤਾਂ ਨੂੰ ਜੂੰਡਿਆਂ ਤੋਂ ਫੜ ਫੜ ਕੇ ਹਿਲਾਓ, ਉਹਨਾਂ ਨੂੰ ਸਮਝਾਓ ਵੀ ਇੱਥੇ ਭਾਜਪਾ ਭਗਤ ਨਾ ਬਣੋ, ਮੋਦੀ ਭਗਤ ਨਾ ਬਣੋ। ਜਿਹੜਾ ਹੱਕ ਸੱਚ ਹੈ ਉਹਦੇ ਖਿਲਾਫ ਤੁਹਾਨੂੰ ਡਟਣਾ ਚਾਹੀਦਾ ਆ। ਸੋ ਇਹ ਤਾਂ ਹੁਣ ਜੱਗ ਤੋਂ ਲੁਕਿਆ ਨਹੀਂ ਹੋਇਆ ਵੀ ਕਿਵੇਂ ਇਹ ਹੁਕਮਰਾਨਾਂ ਨੇ, ਸਰਮਾਏਦਾਰਾਂ ਨੇ ਪੰਜਾਬ ਨੂੰ ਖਾਣ ਦੇ ਲਈ ਕਿਵੇਂ ਸਾਰੇ ਪਾਸੋਂ ਘੇਰਾ ਪਾ ਲਿਆ ਸੀ। 2 ਸਾਲ ਤੋਂ ਲੱਗੇ ਨੇ ਉਹ ਬਣਾਉਣ ਵਾਸਤੇ ਵੱਡੇ ਵੱਡੇ ਕੰਟੇਨਰ। ਸੋ ਜਦੋਂ ਕਰਤਾਰਪੁਰ ਦਾ ਲਾਂਘਾ ਸ਼ੁਰੂ ਹੋਇਆ ਨਾ, ਉਦੋਂ ਉਸ ਮਾੜੇ ਸ਼ਖਸ ਦੇ ਪੈਰ ਜਿਹੜੇ ਉਹ ਭਾਰਤ ਦੀ ਧਰਤੀ 'ਤੇ ਪਏ, ਪੰਜਾਬ ਦੀ ਧਰਤੀ 'ਤੇ ਪਏ। ਉਹ ਕਰਤਾਰਪੁਰ ਆਇਆ ਓਪਨਿੰਗ ਕਰਨ, ਉਹਨੇ ਜਹਾਜ਼ 'ਚੋਂ ਦੇਖਿਆ ਵੀ ਥੱਲੇ ਤਾਂ ਹਰਾ ਹੀ ਹਰਾ ਆ, ਵੀ ਕਿਵੇਂ ਮੈਂ ਇਸ ਹਰਿਆਲੀ ਨੂੰ ਆਪਦੇ ਕਬਜ਼ੇ 'ਚ ਲਵਾਂ। ਸੋ ਇਹ ਅਡਾਨੀ ਅੰਬਾਨੀ ਦਾ ਯਾਰ ਹੈ, ਜਿਹੜਾ ਦਲਾਲ ਹੈ, ਜਿਹੜਾ ਪਹਿਲਾਂ ਹੀ ਰੌਲਾ ਪਾਈ ਗਿਆ ਮੈਂ ਚੌਂਕੀਦਾਰ ਇਹਨਾਂ ਘਰਾਂ ਦਾ ਹੀ ਸੀਗਾ। ਸੋ ਬੇਈਮਾਨ ਬੰਦਾ ਸੀਗਾ ਔਰ ਉਹਨੇ ਵਫਾਦਾਰੀ ਨਿਭਾਈ ਆ ਉਹਨਾਂ ਸਰਮਾਏਦਾਰਾਂ ਨਾਲ। ਉਹਨਾਂ ਦੀ ਦਲਾਲੀ ਕਰਕੇ ਉਹਨੇ ਸਾਰਾ ਪੰਜਾਬ ਉਹਨੂੰ ਵੇਚਣੇ ਲਾਇਆ ਆ। ਸੋ ਇਹ ਪੰਜਾਬ ਦੀ ਕੌਮ ਐਸੀ ਕੌਮ ਹੈ, ਇਹਨਾਂ ਨੂੰ ਸਰਦਾਰ ਪੱਗਾਂ ਕਰਕੇ ਵੀ ਕਹਿੰਦੇ ਆ। ਤੇ ਸਰਦਾਰੀ ਉਹ ਹੁੰਦੀ ਆ ਜਿਹੜਾ ਹਰੇਕ ਕੰਮ 'ਚ ਮੂਹਰੇ ਹੋ ਕੇ ਆਪਾਂ ਸਹਿਯੋਗ ਕਰਦੇ ਆ। ਸੋ ਇਹ ਪੰਜਾਬ ਦੇ ਲੇਖੇ ਹੀ ਸਾਡੇ ਲੇਖੇ ਹੀ ਲੱਗੀ ਹੈ, ਅਸੀਂ ਹਰੇਕ ਕੰਮ ਦਾ ਮੁੱਢ ਬੰਨ੍ਹਦੇ ਆ। ਸੋ ਇਹ ਮੇਰੀ ਬੇਨਤੀ ਹੈ ਸਾਰਿਆਂ ਨੂੰ, ਜਿਹੜੇ ਅਜੇ ਵੀ ਨਹੀਂ ਜਾਗੇ ਉਹ ਜਾਗ ਜਾਣ, ਨਹੀਂ ਤਾਂ ਆਉਣ ਵਾਲੀਆਂ ਨਸਲਾਂ ਉਹਨਾਂ ਨੂੰ ਕੋਹ ਕੇ ਮਾਰਨਗੀਆਂ, ਯਾਦ ਕਰਾਉਣਗੀਆਂ ਵੀ ਤੁਸੀਂ 2020 ਦੇ ਸੰਘਰਸ਼ ਦੇ ਵਿੱਚ ਕਿੱਥੇ ਸੀਗੇ। ਸੋ ਮੇਰੀ ਬੱਚਿਆਂ ਨੂੰ ਵੀ ਅਪੀਲ ਹੈ, ਜਿਹੜੇ ਛੋਟੇ ਬੱਚੇ ਵੱਧ ਜਾਣਦੇ ਨੇ ਉਹ ਆਪਣੇ ਪੇਰੈਂਟਸ ਤੋਂ ਬਾਗੀ ਵੀ ਨੇ। ਔਰ ਸਾਡੇ ਕੋਲੇ ਵੀ ਉੱਥੇ ਸਰਾਭਾ ਨਗਰ ਜਦੋਂ ਅਸੀਂ ਦਿੱਲੀ ਜਾਣਾ ਸੀਗਾ, ਇੱਕ ਪਰਿਵਾਰ ਦਾ ਬੱਚਾ ਸੀ, ਉਹਦੇ ਮੰਮੀ ਡੈਡੀ ਪੱਕੇ ਸੰਘੀ ਔਰ ਬੇਟਾ ਉਹਨਾਂ ਦੇ ਬਿਲਕੁਲ ਉਲਟ। ਸੋ ਯੰਗ ਜਨਰੇਸ਼ਨ ਨੂੰ ਪਤਾ ਹੈ ਵੀ ਗਲਤ ਹੋ ਰਿਹਾ, ਪਰ ਮਾਪੇ ਨੇ ਜਿਹੜੇ ਉਹਨਾਂ ਦੇ ਵਿੱਚ ਇੰਨਾ ਕੁ ਜਾ ਰਹੇ ਉਹ ਭਾਜਪਾ ਦੇ ਪ੍ਰਭਾਵ ਹੇਠ ਨੇ। ਇਹ ਹਿੰਦੂ ਤੱਤਵ ਜਿਹੜਾ ਉਹ ਫੈਲਾਉਣ ਦੀ ਕੋਸ਼ਿਸ਼ ਕਰਦਾ ਪਿਆ ਮੋਦੀ। ਇਦਾਂ ਨਹੀਂਗਾ, ਪੰਜਾਬ ਤਾਂ ਸਾਂਝਾ ਆ।
ਇੱਥੇ ਹਿੰਦੂ ਸਿੱਖ ਮੁਸਲਮਾਨ ਭਾਈਚਾਰਾ ਈਸਾਈ ਸਭ ਦਾ ਇੰਨਾ ਆਪਸ 'ਚ ਪਿਆਰ ਹੈ, ਸਾਨੂੰ ਤਾਂ ਕਿਸੇ ਨਾਲ ਕੋਈ ਮਤਲਬ ਹੀ ਨਹੀਂਗਾ। ਇੱਥੇ ਦਾ ਸਾਰਾ ਪਹਿਲਾਂ ਪੰਜਾਬੀਆਂ ਸੀ, ਉਦੋਂ ਬਾਅਦ ਧਰਮਾਂ ਦੀ ਗੱਲ ਹੁੰਦੀ ਹੈ। ਫਿਰ ਮੈਂ ਗੱਲ ਹੋਰ ਬੇਨਤੀ ਕਰਨੀ ਚਾਹੁੰਦਾ ਵੀ ਇੱਥੇ ਗੱਲ ਨਸਲਾਂ ਦੀ ਨਾ ਕਰਨ ਵੀ ਉਹ ਕਿਹੜਾ ਹੈ, ਉਹ ਹਿੰਦੂ ਹੈ ਕਿ ਸਿੱਖ ਹੈ। ਇੱਥੇ ਗੱਲ ਕਰਨ ਫਸਲਾਂ ਦੀ, ਸਿਰਫ ਤੇ ਸਿਰਫ ਕਿਸਾਨੀ ਮੁੱਦਾ ਆ। ਕਿਸਾਨੀ ਦੇ ਨਾਲ ਹੀ ਅਸੀਂ ਸਾਰੇ ਸ਼ਹਿਰੀ ਜਿਹੜੇ ਆ ਸੰਬੰਧ ਰੱਖਦੇ ਆ। ਜੇ ਕਿਸਾਨੀ ਬਚੂਗੀ ਤਾਂ ਅਸੀਂ ਚਾਹੁੰਦੇ ਰਹਾਂਗੇ। ਸੋ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਇਹਨਾਂ ਨੇ ਲੁੱਟ ਮਚਾਈ ਹੈ। ਇਹ ਪੈਟਰੋਲ ਆ ਜਿਹੜਾ 35 ਰੁਪਏ ਦਾ ਪੈਟਰੋਲ 70 80 75 ਰੁਪਏ ਵਿਕਦਾ। ਇਹ ਚੋਰ ਬਜ਼ਾਰੀ ਨਹੀਂ ਗੀ, ਇਹ ਠੱਗੀ ਨਹੀਂ ਗੀ, ਇਹ ਲੋਕਾਂ ਦੇ ਹਿੱਤਾਂ ਨਾਲ ਖਲਵਾੜ ਨਹੀਂ ਗਾ। ਸੋ ਇਹਨਾਂ ਚੀਜ਼ਾਂ ਬਾਰੇ ਤਾਂ ਇਹ ਬੋਲਦੇ ਨਹੀਂਗੇ। ਉਦੋਂ ਤਾਂ ਇਹ ਧਰਨੇ ਲਾਉਂਦੇ ਸੀ ਕਾਂਗਰਸ ਦੇ ਖਿਲਾਫ, ਲੀਡਰ ਭਾਜਪਾ ਦੇ ਕਦੇ ਗੈਸ ਸਿਲੰਡਰ ਚੱਕ ਕੇ ਮੋਢਿਆਂ ਤੇ ਤੁਰੇ ਫਿਰਦੇ ਸੀ, ਕਦੇ ਸਬਜ਼ੀਆਂ ਮਹਿੰਗੀਆਂ ਹੋ ਗਈਆਂ। ਹੁਣ ਜਿਹੜੀ ਅੱਗ ਲੱਗੀ ਹੈ ਇਹਨਾਂ ਨੂੰ ਦਿਖਦੀ ਨਹੀਂ। ਸੋ ਇਹ ਬਹੁਤ ਇੱਕ ਘਟੀਆ ਸੋਚ ਦੇ ਮਾਲਕ ਨੇ। ਇਹਨਾਂ ਨੇ ਪੰਜਾਬ ਨੂੰ ਗਹਿਣੇ ਪਾ ਕੇ ਇਹਨਾਂ ਨੇ ਆਪਦੇ ਹਿੱਤ ਜਿਹੜੇ ਉਹ ਦਾਅ 'ਤੇ ਲਾਏ ਹੋਏ ਨੇ। ਸੋ ਅਸੀਂ ਇਹਨਾਂ ਦਾ ਸਖਤ ਸ਼ਬਦਾਂ 'ਚ ਵਿਰੋਧ ਤਾਂ ਕਰਦੇ ਹਾਂ ਇਹਨਾਂ ਲੋਕਾਂ ਦੀ। ਸੋ ਇੱਕ ਵਾਰੀ ਮੇਰੀ ਫੇਰ ਬੇਨਤੀ ਹੈ, ਪੰਜਾਬ ਦੇ ਉਹਨਾਂ ਨੌਜਵਾਨਾਂ ਨੂੰ, ਤੁਹਾਨੂੰ ਸਹੁੰ ਹੈ ਪੰਜਾਬ ਦੀ ਮਿੱਟੀ ਦੀ। ਜੇ ਅੱਜ ਵੀ ਤੁਹਾਡਾ ਅੰਦਰੋਂ ਤੁਹਾਡਾ ਜ਼ਮੀਰ ਤੁਹਾਨੂੰ ਕਹਿੰਦਾ ਆ ਵੀ ਅਸੀਂ ਪੰਜਾਬ ਨਾਲ ਗਦਾਰੀ ਕਰਨੀ ਹੈ, ਇਹ ਆਉਣ ਵਾਲੇ ਵਕਤ ਦੇ ਵਿੱਚ ਲੋਕ ਮੂੰਹ ਕਾਲਾ ਕਰਨਗੇ ਉਹਨਾਂ ਦਾ। ਜਿਹੜੇ ਅੱਜ ਵੀ ਪੰਜਾਬ ਨਾਲ ਧੋਖਾ ਕਰਦੇ ਆ, ਲੋਕ ਮੂੰਹ ਕਾਲਾ ਕਰਨਗੇ। ਔਰ ਇਹ ਆਪਣੇ ਅੰਦਰੋਂ ਪੁੱਛਣ, ਆਪਣੇ ਜ਼ਮੀਰ ਨੂੰ ਪੁੱਛਣ, ਰਾਤ ਨੂੰ ਸੌਣ ਲੱਗੇ ਕਿ ਉਹਨਾਂ ਨੂੰ ਚੈਨ ਦੀ ਨੀਂਦ ਆਉਂਦੀ ਹੈ। ਸਾਨੂੰ ਬੜਾ ਸਕੂਨ ਆਉਂਦਾ ਹੈ ਜਦੋਂ ਅਸੀਂ ਕਿਸਾਨੀ ਸੰਘਰਸ਼ ਦਾ ਹਿੱਸਾ ਬਣੇ ਹੋਏ ਹਾਂ। ਸਾਨੂੰ ਤਾਂ ਇਹ ਲੱਗਦਾ ਵੀ ਅਸੀਂ ਜੰਮੇ ਹੀ ਪੰਜਾਬ ਦੇ ਲਈ ਹਾਂ। ਤੇ ਜੇ ਮੈਂ ਘਰੇ ਵੀ ਕਹਿੰਦਾ ਹੁੰਦਾ ਆਪਣੇ ਘਰਦਿਆਂ ਨੂੰ, ਬੱਚਿਆਂ ਨੂੰ, ਵੀ ਜੇ ਮੇਰਾ ਵਿਆਹ ਨਾ ਹੋਇਆ ਹੁੰਦਾ, ਖਬਰੇ ਮੈਂ ਕਰੋਂ ਦਾ ਫਾਂਸੀ ਲੱਗਿਆ ਹੁੰਦਾ। ਸੋ ਅਸਲੀਅਤ ਹੈ ਇਹ, ਮਤਲਬ ਦਿਲ ਹੈ, ਦਰਦ ਹੈ ਆਪਣੇ ਅੰਦਰ। ਇਹ ਪੰਪ ਤੇ ਆਉਣਾ ਮੈਨੂੰ ਬੜੀ ਖਿੱਚ ਚੜ੍ਹਦੀ ਸੀ। ਐਡਾ ਵੱਡਾ ਕਿਸਾਨੀ ਸੰਘਰਸ਼ ਚੱਲਦਾ ਹੋਵੇ, 5 ਲੱਖ ਬੰਦਾ ਬਾਰਡਰਾਂ 'ਤੇ ਬੈਠਾ ਹੋਵੇ, 에ਅਰਲਾਈਨਸ ਦਾ ਪੰਪ ਸਾਨੂੰ ਜੀਭਾਂ ਚੜਾ ਰਿਹਾ ਸੀਗਾ ਵੀ ਲਓ ਜੀ ਮੈਂ ਖੁੱਲ੍ਹਾ ਆ। ਕਈ ਲੋਕਾਂ ਨੇ ਬੰਦ ਕਰਾਇਆ, ਇਹਨਾਂ ਨੇ ਕਿਸੇ ਦੀ ਨਹੀਂ ਸੁਣੀ। ਸੋ ਇਹਨਾਂ ਨੇ ਆਪਦੇ ਪੈਰੀਂ ਆਪ ਘਲਾੜਾ ਮਾਰ ਲਿਆ। ਸੋ ਇਹਨਾਂ ਨੇ ਪੁਲਿਸ ਬੁਲਾਈ ਤੇ ਪੁਲਿਸ ਤਾਂ ਪੰਜਾਬ ਦੇ ਉਹ ਵੀ ਤਾਂ ਪੰਜਾਬ ਦੀ ਰੋਟੀ ਖਾਂਦੇ ਨੇ। ਉਹ ਕਿਵੇਂ ਸਾਡੇ ਤੋਂ ਬਾਗੀ ਹੋ ਜਾਣਗੇ, ਬਾਹਰ ਹੋ ਜਾਣਗੇ। ਸੋ ਪੰਜਾਬ ਦੀ ਪੁਲਿਸ ਪੰਜਾਬ ਦੇ ਲੋਕਾਂ ਦੇ ਨਾਲ ਹੈ, ਮੁਲਕ ਦੀ ਮਿਲਟਰੀ ਕਿਸਾਨਾਂ ਦੇ ਨਾਲ ਹੈ, ਕਿਉਂਕਿ ਉਹ ਸਾਰੇ ਕਿਸਾਨਾਂ ਦੇ ਧੀਆਂ ਪੁੱਤ ਨੇ। ਸੋ ਇਹ ਖਬਰਦਾਰ ਰਵੇ। ਇਹ ਭਾਜਪਾ ਸਰਕਾਰ ਵੀ ਇਹ ਸੋਚੇ ਵੀ ਕੋਈ ਗਲਤ ਕਦਮ ਚੱਕ ਕੇ ਉਹ ਬਚ ਜਾਣਗੇ। ਇਹ ਕੋਹ ਕੇ ਮਾਰਨਗੇ ਪੰਜਾਬ ਦੇ ਲੋਕ ਉਹਨਾਂ ਨੂੰ। ਔਰ ਆਉਣ ਵਾਲੀਆਂ ਇਹਨਾਂ ਦਾ ਨਾਮੋ ਨਿਸ਼ਾਨ ਮਿਟਾ ਦਿਆਂਗੇ ਜਿੱਦਣ ਇਹ ਜੇ ਸਿੱਧੇ ਰਸਤੇ ਨਾ ਆਇਆ। ਕਿਉਂਕਿ ਉੱਥੇ ਦਾ ਸੰਘਰਸ਼ ਹੈ ਜਿਹੜਾ ਉਹ ਲਾਮਿਸਾਨੀ ਹੈ, ਔਰ ਉਹਦੇ ਵਰਗੀ ਕੋਈ ਵੀ ਆਪਾਂ ਨੂੰ ਉਦਾਹਰਨ ਨਹੀਂ ਮਿਲਦੀ। ਇਸ ਵੇਲੇ ਜੋੜ ਮੇਲਾ ਚੱਲਦਾ ਪਿਆ ਆ, ਔਰ ਜੋੜ ਮੇਲੇ 'ਚ ਤੁਹਾਨੂੰ ਪਤਾ ਹੀ ਹੈ ਇਹ ਕਿੰਨਾ ਸਵਾਲ ਇਹੀ ਪੁੱਛਣ ਲੱਗਾ ਸੀ। ਮੈਨੂੰ ਲੱਗਦਾ ਅੱਜ ਮੈਨੂੰ ਸਵਾਲ ਪੁੱਛਣ ਦੀ ਲੋੜ ਨਹੀਂ ਪਈ। ਮਹਾਨ ਸ਼ਖਸੀਅਤਾਂ ਦਾ ਦਿਨ ਹੈ। ਉਹਨਾਂ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਬਾਰੇ ਸੋਚ ਕੇ ਦੇਖੋ। ਅਸੀਂ ਰਾਤ ਠੰਡ 'ਚ ਇੱਥੇ 10-10 ਕੰਬਲ ਲੈ ਕੇ ਪਏ ਆ, ਤੇ ਉਹ ਕਿਹੋ ਜਿਹੀਆਂ ਨਿੱਕੀਆਂ ਜਿੰਦਾਂ ਸੀ ਜਿਹੜੀਆਂ ਵੱਡੇ ਸਾਕੇ ਕਰ ਗਈਆਂ। ਅਸੀਂ ਤਾਂ ਪੈਰ ਦੀ ਮਿੱਟੀ ਵੀ ਨਹੀਂ, ਉਹਨਾਂ ਦੀ ਮਿੱਟੀ ਵੀ ਇਦੋਂ ਵੱਧ ਕਰਮ ਵਾਲੀ ਹੋਣੀ ਹੈ ਜਿਹੜੀ ਜਿਨ੍ਹਾਂ ਦੇ ਚਰਨਾਂ ਨੂੰ ਉਹ ਲੱਗੀ ਆ। ਸੋ ਮੇਰੀ ਬੇਨਤੀ ਹੈ, ਹੱਥ ਬੰਨ੍ਹ ਕੇ ਅਜੇ ਵੀ ਆਪਦੇ ਇਤਿਹਾਸ ਨਾਲ ਜੁੜੋ, ਆਪਣੇ ਸੱਭਿਆਚਾਰ ਨਾਲ ਜੁੜੀਏ, ਆਪਣੇ ਪੰਜਾਬ ਨਾਲ ਜੁੜੀਏ, ਇਸ ਮਿੱਟੀ ਦੇ ਪ੍ਰਤੀ ਇਮਾਨਦਾਰੀ ਦਿਖਾਈਏ। ਸੋ ਉਸ ਮਾਂ ਦੇ ਦੁੱਧ ਦਾ ਕਰਜ਼ ਉਤਾਰਨ ਦਾ ਮੌਕਾ ਹੈ ਜਿਨ੍ਹਾਂ ਨੇ ਇੱਥੋਂ ਦਾ ਅੰਨ ਖਾ ਕੇ ਸਾਨੂੰ ਪੈਦਾ ਕੀਤਾ ਆ। ਔਰ ਅਸੀਂ ਕਦੇ ਵੀ ਆਪਣੀ ਮਾਂ ਦੇ ਦੁੱਧ ਨੂੰ ਲਾਜ ਨਹੀਂ ਲੱਗਣ ਦੇਵਾਂਗੇ। ਔਰ ਇਸ ਕਿਸਾਨੀ ਸੰਘਰਸ਼ ਦੇ ਹੀ ਜੋ ਵੱਡੇ ਤੋਂ ਵੱਡਾ ਬਲੀਦਾਨ ਸਾਨੂੰ ਦੇਣਾ ਪਿਆ, ਅਸੀਂ ਦੇਵਾਂਗੇ ਜੀ। ਔਰ ਅਸੀਂ ਸਾਰੇ ਇਕਜੁੱਟ ਹੈ। ਕੱਲ ਨਰਿੰਦਰ ਮੋਦੀ ਦਾ ਇੱਕ ਬਿਆਨ ਆਇਆ ਵੀ ਇਹ ਜੋ ਇਸ ਸਮੇਂ ਵਿਰੋਧ ਕਰ ਰਹੇ ਹੈ, ਇਹੋ ਹੀ ਲੋਕ ਹੈ ਜੋ ਪਿਛਲੀ ਸਰਕਾਰ ਵੇਲੇ ਸਵਾਮੀਨਾਥਨ ਦੇ ਵੀ ਖਿਲਾਫ ਸੀਗੇ। ਇਹੋ ਜਿਹੀਆਂ ਗੱਲਾਂ ਆਰਾਮ ਕਹਿ ਰਿਹਾ ਵੀ ਪਿਛਲੀ ਸਰਕਾਰ ਦੇ ਲੋਕ ਹੈ। ਕੱਲ ਨਰਿੰਦਰ ਮੋਦੀ ਨੇ ਜੇ ਗੱਲ ਕਰੀਏ ਤਾਂ ਸਪਸ਼ਟ ਸ਼ਬਦਾਂ ਵਿੱਚ ਕਹਿ ਰਿਹਾ ਵੀ ਵਾਪਸ ਨਹੀਂ ਹੋਣਗੇ ਕਾਨੂੰਨ। ਦੇਖੋ ਇਹ ਤੇ ਇੱਕ ਪ੍ਰੋਪੇਗੈਂਡਾ ਹੀ ਆ। ਉਹ ਤਾਂ ਸ਼ੁਰੂ ਤੋਂ ਇਹ ਗੱਲ ਕਹਿ ਰਿਹਾ ਬਈ ਜਿਹੜੀ ਗੱਲ ਸਮਝ ਨਹੀਂ ਆਉਂਦੀ, ਉਹ ਪੋਲੀਟਿਕਸ ਦਾ ਨਾ ਇੱਕ ਫੇਜ਼ ਹੁੰਦਾ ਕਿ ਉਹ ਹਰ ਗੱਲ ਓਪੋਜੀਸ਼ਨ ਦੇ ਪਾਉਂਦੇ ਹਨ। ਓਪੋਜੀਸ਼ਨ ਵਾਲੇ ਮੈਨੂੰ ਦੱਸੋ ਉੱਥੇ ਕਿਹੜਾ ਵਾ? ਇੱਕ ਵੀ ਲੀਡਰ ਹੁਣ ਤੱਕ ਜਿੰਨੇ ਬਾਰਡਰਸ ਦੇ ਉੱਪਰ ਸਟੇਜਾਂ ਲੱਗੀਆਂ ਨੇ, ਇੱਕ ਵੀ ਲੀਡਰ ਦਿਖਾ ਦਿਓ, ਪੋਲੀਟੀਕਲ ਲੀਡਰ ਜਿਹੜਾ ਉੱਥੇ ਆ ਕੇ ਬੋਲਿਆ ਹੋਵੇ। ਇਹ ਤਾਂ ਸਿਰਫ ਗੱਲ ਨੂੰ ਘੁਮਾਉਣ ਦੀ ਹੈ, ਕਿਉਂਕਿ ਪੱਲੇ ਕੁਝ ਬਚਦਾ ਨਹੀਂ ਹੈ। ਹਰ ਬੰਦਾ ਅੱਜ ਜਵਾਬ ਮੰਗਦਾ ਹੈ, ਲੌਜੀਕਲ ਰੀਜ਼ਨਿੰਗ ਹੈ ਨਾ। ਕਿਸਾਨ ਯੂਨੀਅਨਾਂ ਦੇ ਪ੍ਰਧਾਨ ਤੇ ਕਿਸਾਨ ਇੰਨੇ ਕੁ ਸਿਆਣੇ ਹੋ ਚੁੱਕੇ, ਉਹ ਕਹਿੰਦੇ ਵੀ ਆਹ ਜਿਹੜੇ ਬਿੱਲ ਨੇ ਇਹਨਾਂ ਦੇ ਅਗੇਂਸਟ ਦੱਸੋ ਹੈ ਨਾ। ਤੁਸੀਂ ਕਹਿੰਦੇ ਹੋ ਨਾ ਵੀ ਬਿੱਲ ਕਿਸਾਨਾਂ ਦੇ ਫੇਵਰ 'ਚ ਹੈ, ਦੱਸੋ ਕਿਹੜੀਆਂ ਚੀਜ਼ਾਂ ਫੇਵਰ 'ਚ ਹੈ। ਉਹਦਾ ਕੋਈ ਜਵਾਬ ਨਹੀਂ ਹੈਗਾ ਜੀ। ਪਹਿਲਾਂ ਖਾਲਿਸਤਾਨੀ ਸੀ, ਫਿਰ ਜਦੋਂ ਖਾਲਿਸਤਾਨੀ ਵਾਲਾ ਮੁੱਦਾ ਨਾ ਚੱਲਿਆ, ਫਿਰ ਧਰਮ ਵਾਲੇ ਮੁੱਦੇ ਤੇ ਆ ਗਏ, ਧਰਮ ਵਾਲਾ ਮੁੱਦਾ ਨਾ ਚੱਲਿਆ ਤੇ ਹੁਣ ਓਪੋਜੀਸ਼ਨ ਵਾਲੇ ਮੁੱਦੇ ਤੇ ਆ ਗਏ। ਗੱਲ ਤਾਂ ਇਹ ਹੈ, ਇਹਨਾਂ ਕੋਲੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਇਹੀ ਚੀਜ਼ ਰਹੀ ਹੈ। ਪਿੱਛੇ ਰੋਕਣਾ ਚਾਹਾਂਗਾ, ਫਿਰ ਤਾਂ ਸ਼ਰਮੀ ਵਾਲੀ ਗੱਲ ਹੀ ਹੋ ਗਈ ਵੀ ਓਪੋਜੀਸ਼ਨ ਇੰਨੀ ਜ਼ਿਆਦਾ ਸਟਰੋਂਗ ਹੋ ਗਈ ਹੈ
ਦੇਖੋ ਆਪੋਜੀਸ਼ਨ ਉਹ ਪੋਲੀਟੀਕਲ ਹੀ ਮੁੱਦਾ ਹੈ। ਆਪੋਜੀਸ਼ਨ ਵੀ ਸਟਰੋਂਗ ਕੀ ਹੈ ਅੱਜ ਇੰਨਾ ਕੁ ਪੰਜਾਬ ਦਾ ਜਾਂ ਕਹਿ ਲਓ ਸਾਰੇ ਫਾਰਮਰ, ਜੇ ਕੱਲ ਉਹਨਾਂ ਦੀ ਉੱਤਰਾਖੰਡ ਵਾਲਿਆਂ ਦੀ ਵੀ ਗੱਲ ਕਰੀਏ, ਉਹਨਾਂ 'ਚ ਵੀ ਕਿਹੜਾ ਕੋਈ ਪੋਲੀਟੀਕਲ ਲੀਡਰ ਆਇਆ। ਹਰ ਇਸ ਟਾਈਮ ਜਿੰਨੇ ਵੀ ਕਿਸਾਨ ਨੇ ਨਾ, ਉਹ ਸਾਰੇ ਬੰਦੇ ਇਹ ਗੱਲ ਕਹਿ ਰਹੇ ਵੀ ਸਾਨੂੰ ਪੋਲੀਟੀਕਲ ਪਾਰਟੀਆਂ ਤੋਂ, ਪੋਲੀਟੀਕਲ ਸਾਰੇ ਡਿਫਰੈਂਸਿਸ ਤੋਂ ਅੱਡ ਰੱਖੋ, ਸਾਡਾ ਮੁੱਦਾ ਕਿਸਾਨੀ ਹੈ। ਇਹ ਲੋਕਲ ਪੀਪਲਸ ਵੌਇਸ ਹੈ, ਇਹ ਲੋਕਾਂ ਦੀ ਆਮ ਆਵਾਮ ਦੀ ਆਵਾਜ਼ ਹੈ। ਅੱਜ ਅਸੀਂ ਇੱਥੇ ਬੈਠੇ ਹਾਂ, ਮੈਨੂੰ ਦੱਸੋ ਆਹ ਸਾਰਾ ਟੈਂਟ ਦਾ ਖਰਚਾ ਜਾਂ ਸਾਰੀਆਂ ਚੀਜ਼ਾਂ ਸਾਬਿਤ ਕਰਕੇ ਦਿਖਾਓ ਵੀ ਕਿਹੜੀ ਪੋਲੀਟੀਕਲ ਪਾਰਟੀ ਨੇ ਦਿੱਤਾ। ਕੱਲ ਜਿਹੜਾ ਗੁਰਪਾਲ ਬਾਈ ਨੇ ਲਾਈਵ ਕੀਤਾ, ਇਹ ਕਿਹੜੀ ਪੋਲੀਟੀਕਲ ਪਾਰਟੀ ਨੂੰ ਅੱਜ ਤੱਕ ਜਿਹੜੇ ਮਤਲਬ ਝੰਡੇ ਚੱਕ ਕੇ ਕਰਦੇ ਰਹੇ, ਜਾਂ ਇਹਨਾਂ ਨੇ ਮੈਨੂੰ ਦੱਸੋ ਇਹਨਾਂ ਦੀਆਂ ਪੁਰਾਣੀਆਂ ਸਾਰੀਆਂ ਵੀਡੀਓਜ਼ ਕੱਢ ਲਓ, ਸਭ ਕੁਝ ਕੱਢ ਲਓ, ਇੱਕ ਵੀ ਬੰਦਾ ਮਤਲਬ ਪ੍ਰੂਵ ਕਰ ਦੇਵੇ ਸਾਡੇ 'ਚੋਂ ਕੋਈ ਬੰਦਾ ਬੈਠਾ ਜਿਹੜਾ ਪੋਲੀਟੀਕਲੀ ਮੋਟੀਵੇਟਡ ਹੋਵੇ ਜਾਂ ਸਾਡਾ ਕੋਈ ਪੋਲੀਟੀਕਲ ਰਿਕਾਰਡ ਹੋਵੇ। ਯਾਰ ਜਦੋਂ ਅਸੀਂ ਆਮ ਲੋਕ ਜਿਨ੍ਹਾਂ ਨੇ ਆਪਣੇ ਹੱਕਾਂ ਦੀ ਲੜਾਈ ਅੱਜ ਤੱਕ ਨਹੀਂ ਸੀ ਲੜੀ ਹੈ ਨਾ, ਉਹ ਅਸੀਂ ਇਹ ਗੱਲ ਕਹਿੰਦੇ ਸੀਗੇ ਵੀ ਨੋਰਮਲ ਅਸੀਂ ਸ਼ਹਿਰੀ ਇਨਸਾਨ ਕੀ ਕਰਦੇ ਹਾਂ, ਅਸੀਂ ਨੋਰਮਲੀ ਵੋਟਾਂ ਪਾ ਦਿੰਦੇ ਹਾਂ। ਸਾਡੇ ਕੋਈ ਕੈਂਡੀਡੇਟ ਚੰਗਾ ਆ ਗਿਆ, ਅਸੀਂ ਉਹਨੂੰ ਵੋਟਾਂ ਪਾ ਕੇ ਅਸੀਂ ਸੁਰਖਰੂ ਹੋ ਜਾਂਦੇ ਹਾਂ, ਯਾਰ ਇਹਦੀ ਡਿਊਟੀ ਹੈ, ਇਹ ਸਾਡੇ ਹੱਕਾਂ ਦੀ ਗੱਲ ਕਰੂਗਾ। ਜਦੋਂ ਉਹ ਹੱਕਾਂ ਦੀ ਗੱਲ ਨਹੀਂ ਕਰਦਾ ਫਿਰ ਸਾਨੂੰ ਗਰਾਊਂਡ ਤੇ ਆਉਣਾ ਪੈਣਾ। ਤੇ ਅੱਜ ਅਸੀਂ ਆਏ ਹਾਂ, ਇਹਨਾਂ ਨੇ ਇੱਕ ਕਲੀਅਰ ਕੱਟ ਜਿਹੜਾ ਵਾ ਨਾ, ਜਿਹੜਾ ਸ਼ਹਿਰੀਆਂ ਦੇ ਅਗੇਂਸਟ ਬਿੱਲ 'ਚ ਲੈ ਕੇ ਆਉਂਦਾ, ਉਹ ਇਹੀ ਚੀਜ਼ ਲੈ ਕੇ ਆਉਂਦੀ ਜਦੋਂ ਇਲੀਗਲ ਹੋਰਡਿੰਗ ਹੋਈ। ਇਸ ਤੋਂ ਪਹਿਲਾਂ ਵਾਲਾ ਜਿਹੜਾ ਸੀਗਾ ਕਹਿ ਲਓ ਵੀ ਕਾਂਗਰਸ ਦੇ ਟਾਈਮ 1 ਰੁਪਈਆ ਪੈਟਰੋਲ ਜਾਂ ਡੀਜ਼ਲ ਵੱਧਦਾ ਸੀ, ਤੇ ਇਹਨਾਂ ਦੀ ਉਹ ਬੀਬੀ ਕੀ ਆ ਬੀਜੇਪੀ ਵਾਲੀ, ਸਮ੍ਰਿਤੀ ਇਰਾਨੀ, ਹਾਂ ਕਿੱਦਾਂ ਰੌਲਾ ਪਿਆ ਸੀ ਸੜਕਾਂ ਦੇ ਉੱਪਰ। ਤੇ ਹੁਣ 5 ਰੁਪਏ ਇਕੱਠੇ ਵੱਧ ਜਾਣ, 7 ਰੁਪਏ ਇਕੱਠੇ ਵੱਧ ਜਾਣ, 10 ਰੁਪਏ ਇਕੱਠੇ ਵੱਧ ਜਾਣ, ਤੇ ਹੁਣ ਕੋਈ ਕੁਛ ਨਹੀਂ ਬੋਲਦਾ। ਠੀਕ ਹੈ ਮੈਂ ਮੰਨਦਾ, ਫਿਰ ਠੀਕ ਹੈ ਨਾ, ਇਹ ਕਹਿੰਦਾ ਨਾ ਵੀ ਉਹ ਹੈ ਆਪੋਜੀਸ਼ਨ ਹੈ, ਇਹ ਤਾਂ ਕਾਂਗਰਸ ਵਾਲੇ ਵੀ ਨਹੀਂ ਕੁਝ ਬੋਲਦੇ ਪਏ ਯਾਰ, ਫਿਰ ਕਾਹਦੀ ਆਪੋਜੀਸ਼ਨ। ਤੇ ਹੁਣ ਦੂਜੀ ਗੱਲ ਇਹ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ, ਇਹ ਸਾਰੇ ਦੇ ਸਾਰੇ ਜਿਹੜੇ ਕਿਸਾਨੀ ਮੁੱਦੇ ਨੇ, ਇਹ 'ਚ ਅਸਲ ਵਿੱਚ ਫਾਇਦਾ ਕਿਹਨੂੰ ਹੋ ਰਿਹਾ? ਕੋਈ ਟੈਕਸੇਸ਼ਨ ਵਧੇ, ਕੋਈ ਕੁਝ ਹੋਰ ਚੀਜ਼ ਵਧੇ, ਉਹਦੇ 'ਚ ਤਾਂ ਮੰਨਦੇ ਆ ਸਰਕਾਰ ਨੂੰ ਫਾਇਦਾ ਹੁੰਦਾ। ਇਹ ਸਾਰੇ ਬਿੱਲਾਂ 'ਚ ਸਿਰਫ 2 ਕਾਰਪੋਰੇਟ ਹਾਊਸਿਸ ਨੂੰ ਫਾਇਦਾ ਹੋ ਰਿਹਾ। ਇਹਦਾ ਮਤਲਬ ਇਹ ਕਾਰਪੋਰੇਟਡ ਹਾਊਸਿਸ ਵੱਲੋਂ ਜਿਹੜੀ ਹੈ ਇਹ ਸਾਰੇ ਦੇ ਸਾਰੇ ਬਿੱਲ ਲਿਆਂਦੇ ਗਏ, ਤੇ ਅਸਲ ਵਿੱਚ ਲੜਾਈ ਸਾਡੀ ਉਹਨਾਂ ਦੇ ਖਿਲਾਫ ਹੀ ਹੈ, ਅੰਡਾਨੀਆਂ ਤੇ ਅੰਬਾਨੀਆਂ ਦੇ ਖਿਲਾਫ, ਕਿਉਂਕਿ ਉਹਨਾਂ ਨੇ ਹੀ ਇਹਦੀ ਧੌਣ ਤੇ ਗੋਡਾ ਦੇ ਕੇ ਸਾਰਾ ਕੁਝ ਲੈ ਕੇ ਆਉਂਦਾ, ਇਹਦੀ ਧੌਣ ਤੇ ਗੋਡਾ ਦੇ ਕੇ ਉਹ ਸਾਰੀਆਂ ਚੀਜ਼ਾਂ ਲੈ ਕੇ ਆਉਂਦੀਆਂ ਜਿਹੜੀਆਂ ਉਹਨਾਂ ਦੇ ਫੇਵਰ 'ਚ ਸੀ। ਕਿਸਾਨਾਂ ਦੇ ਫੇਵਰ 'ਚ ਕਿਸਾਨਾਂ ਦੇ ਅਗੇਂਸਟ MSP ਤੇ ਉਹ ਸਾਰਾ ਕੁਝ, ਸਾਡੇ ਸ਼ਹਿਰੀਆਂ ਦੇ ਅਗੇਂਸਟ ਇਲੀਗਲ ਹੋਰਡਿੰਗ, ਗ੍ਰੇਨ ਜਿਹੜੀ ਹੈ ਉਹਨੂੰ ਹੋਲਡ ਕਰਕੇ ਰੱਖਣਾ, ਜਿੰਨੇ ਮਰਜ਼ੀ ਲੰਬੇ ਟਾਈਮ ਲਈ ਹੋਲਡ ਕਰਕੇ ਰੱਖਣਾ। ਫਿਰ ਇਨਫਲੇਸ਼ਨ ਲਿਆ ਕੇ ਆਵਾਂਗੇ, ਉਸ ਤੋਂ ਬਾਅਦ ਵੀ ਤੇ ਅਸੀਂ ਕਵਾਂਗੇ ਹਾਏ ਸਬਜ਼ੀਆਂ ਮਹਿੰਗੀਆਂ ਹੋ ਗਈਆਂ, ਹਾਏ ਸਾਰਾ ਕੁਝ ਮਹਿੰਗਾ ਹੋ ਗਿਆ। ਫਿਰ ਇਹ ਸਾਰੀਆਂ ਚੀਜ਼ਾਂ ਬਹੁਤ ਧਿਆਨ ਨਾਲ ਸਮਝਣੀਆਂ ਪੈਣਗੀਆਂ ਕਿ ਸਿਟੀਜ਼ਨਸ ਜਿਹੜੇ ਸ਼ਹਿਰੀ ਆ ਉਹਨਾਂ ਨੂੰ ਵੀ ਉਨਾ ਹੀ ਨੁਕਸਾਨ ਹੈ ਜਿੰਨਾ ਕਿਸਾਨਾਂ ਨੂੰ ਨੁਕਸਾਨ ਹੈ। ਅਡਾਨੀ ਅੰਬਾਨੀ ਦੀ ਤੁਸੀਂ ਗੱਲ ਕਹਿ ਰਹੇ ਹੋ ਵੀ ਅਡਾਨੀ ਗਰੁੱਪ ਨੂੰ ਪੂਰੇ ਪੇਜ ਦੀਆਂ ਆਪਣੀਆਂ ਐਡਵਰਟਾਈਜ਼ਮੈਂਟ ਵੀ ਦੇਣੀਆਂ ਪਈਆਂ ਅਖਬਾਰਾਂ 'ਚ। ਦੇਖੋ ਹਾਂ ਇਹ ਵੀ ਗੱਲ ਹੈ, ਹੁਣ ਅਡਾਨੀ ਅੰਬਾਨੀ ਜਿਹੜੇ ਨੇ ਉਹ ਆਪਣੇ ਉਹਦੇ ਤੇ ਆ ਰਹੇ ਆ। ਜੇ ਪੁਰਾਣੇ ਸਟੈਟਸ ਦੀ ਗੱਲ ਕਰੀਏ, ਰੋਜ਼ ਦੀ ਰੋਜ਼ ਇਕਨੋਮਿਕਸ ਟਾਈਮ ਦੇ ਵਿੱਚ ਆ ਰਿਹਾ ਵੀ ਅੰਬਾਨੀਆਂ ਨੂੰ ਇੰਨਾ ਘਾਟਾ ਪੈ ਰਿਹਾ, ਅਡਾਨੀਆਂ ਨੂੰ ਇੰਨਾ ਘਾਟਾ ਪੈ ਰਿਹਾ। ਮੈਂ ਕਹਿੰਦਾ ਖੁਸ਼ ਮਤਲਬ ਕਹਿ ਲਓ ਵੀ ਵਧੀਆ ਗੱਲ ਹੈ ਸਾਰੇ ਦੇ ਸਾਰੇ ਕਿਸਾਨਾਂ ਲਈ, ਜੋ ਅੱਜ ਇਹ ਲੁਧਿਆਣੇ ਸ਼ਹਿਰ ਵਿੱਚ ਚੱਲ ਰਿਹਾ ਨਾ, ਜੇ ਸਾਰੇ ਕਿਤੇ ਇੰਡੀਆ 'ਚ ਚੱਲਣ ਲੱਗ ਜੇ ਨਾ ਵੀਰੇ, ਪੱਕੀ ਗੱਲ ਹੈ, ਪੱਕੀ ਸ਼ੋਰਟੀ ਗੱਲ ਹੈ, 15 ਦਿਨਾਂ ਬਾਅਦ ਨਾ ਇਹ ਬਿੱਲ ਵਾਪਸ ਹੋ ਜਾਣਗੇ। ਔਰ ਅਡਾਨੀ ਅੰਬਾਨੀ ਜਿਨ੍ਹਾਂ ਨੇ ਬਿੱਲ ਪਾਸ ਕਰਾਉਣੇ ਸੀ ਨਾ ਮੋਦੀ ਦੇ ਥਰੂ, ਉਹੀ ਮੋਦੀ ਨੂੰ ਕਹਿਣਗੇ ਭਾਜੀ ਸਾਡਾ ਬਹੁਤ ਨੁਕਸਾਨ ਹੋ ਗਿਆ, ਬਿੱਲ ਵਾਪਸ ਕਰ ਲਓ। ਇੱਕੋ ਹੀ ਤਰੀਕਾ, ਇਹਨਾਂ ਦੇ ਸਾਰੇ ਪ੍ਰੋਡਕਟਸ, ਇਹਨਾਂ ਦੇ ਦੀ ਸਾਰੀਆਂ ਚੀਜ਼ਾਂ ਦਾ ਟੋਟਲ ਬਾਇਕਾਟ ਕਰ ਦਿਓ, ਟੋਟਲ ਬਾਇਕਾਟ। ਜੇ ਰਿਲਾਇੰਸ ਪੰਪ ਦੀ ਗੱਲ ਹੈ ਤਾਂ ਖਾਲੀ ਪੈਟਰੋਲ ਦੀ ਗੱਲ ਨਹੀਂ ਹੈ। ਹੁਣ ਤੁਸੀਂ ਇੱਕ ਚੀਜ਼ ਵੇਖੋ ਬਈ, ਜਿਹੜਾ ਇੰਟਰਨੈਸ਼ਨਲ ਜਦੋਂ ਮਤਲਬ ਪ੍ਰਾਈਸ ਵਾਧਾ ਘਟਦਾ ਸੀਗਾ ਤੇ ਸਾਡੀ ਜਿਹੜੀਆਂ ਸਰਕਾਰਾਂ ਦਾ ਪ੍ਰਾਈਸ ਸੀਗਾ ਉਹ ਉੱਪਰ ਥੱਲੇ ਹੁੰਦਾ ਸੀ। ਹੁਣ ਸਰਕਾਰਾਂ ਕੀ ਕਰਦੀਆਂ, ਰਿਲਾਇੰਸ ਨੂੰ ਜਿਹੜੀ ਇਨ ਹਾਊਸ ਪ੍ਰੋਡਕਸ਼ਨ ਹੈ, ਜੋ ਉਹਦੀ ਕਾਸਟ ਪੈਂਦੀ ਹੈ ਨਾ, ਸਾਡੀ ਸਰਕਾਰੀ ਕਾਸਟ ਵੀ ਉਹੀ ਹੈ। ਹਿੰਦੁਸਤਾਨ ਪੈਟਰੋਲੀਅਮ ਜਾਂ ਹੋਰ ਜਿੰਨੀਆਂ ਨੇ ਉਹ ਸਾਰੀ ਉਹੀ ਹੈ। ਤੇ ਕੰਪੀਟੀਸ਼ਨ ਤਾਂ ਕੋਈ ਰਹਿ ਨਹੀਂ ਨਾ ਗਿਆ, ਉਹ ਜੋ ਰਿਲਾਇੰਸ ਨੇ ਪੈਟਰੋਲ ਦਾ ਫਾਈਨਲ ਕਰਨਾ ਉਹੀ ਸਰਕਾਰ, ਕਿਉਂਕਿ ਸਰਕਾਰ ਨੂੰ ਉਹਨੇ ਖਰੀਦਿਆ ਹੋਇਆ। ਸੋ ਸਾਰੀਆਂ ਚੀਜ਼ਾਂ ਬਹੁਤ ਧਿਆਨ ਨਾਲ ਸਮਝਣ ਵਾਲੀਆਂ ਨੇ ਕਿ ਕਾਰਪੋਰੇਟ ਹਾਊਸਿਸ ਦੇ ਜਦੋਂ ਹੱਥਾਂ 'ਚ ਤੁਸੀਂ ਇਕਨੋਮੀ ਦੇ ਦੋਗੇ ਤਾਂ ਕੰਪੀਟੀਸ਼ਨ ਖਤਮ ਹੋ ਜਾਊਗਾ, ਹੈ ਨਾ, ਤੇ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਹਿਸਾਬ ਨਾਲ ਚੱਲਣਗੀਆਂ। ਦੂਜੀ ਗੱਲ, ਜੇ ਮੈਂ ਵੈਸਟਰਨ ਕੰਟਰੀਜ਼ ਦੇ ਇੱਥੇ ਐਗਜ਼ਾਮਪਲ ਲਵਾਂ, ਵੈਸਟਰਨ ਕੰਟਰੀਜ਼ 'ਚ ਕੀ ਹੁੰਦਾ, ਇੱਕ ਕਾਰਪੋਰੇਟ ਹਾਊਸ 1 ਜਾਂ 2 ਬਿਜ਼ਨਸ ਚਲਾ ਸਕਦਾ। ਇੱਥੇ ਤਾਂ ਕਾਰਪੋਰੇਟ ਹਾਊਸ 2 ਨੇ ਤੇ ਬਿਜ਼ਨਸ ਸਾਰੇ ਹੀ, ਕੰਪੀਟੀਸ਼ਨ ਹੀ ਖਤਮ। ਦਵਾਈਆਂ 'ਚ ਵੀ ਉਹੀ ਲਾ ਲਓ, ਮਤਲਬ ਕੰਜ਼ਿਊਮਰ ਪ੍ਰੋਡਕਟਸ 'ਚ ਵੀ ਉਹੀ ਲਾ ਲਓ, ਸ਼ੂਜ਼ 'ਚ ਵੀ ਉਹੀ ਲਾ ਲਓ, ਸਾਰੇ ਕੰਜ਼ਿਊਮਰ ਪ੍ਰੋਡਕਟ, ਪੈਟਰੋਲੀਅਮ 'ਚ ਵੀ ਉਹੀ ਲਾ ਲਓ, ਪਲਾਸਟਿਕ 'ਚ ਵੀ ਉਹੀ ਲਾ ਲਓ। ਆਪਣੇ ਘਰ ਦਾ ਹੀ ਦਾਣਾ ਆਪ ਹੀ ਲਿਫਾਫਾ ਬਣਾਉਣਾ ਤੇ ਆਪ ਹੀ ਵੇਚ ਦੇਣਾ। ਲਿਫਾਫਾ ਵੀ ਕਿਹਾ ਯਾਰ ਇਹ ਕਾਫੀ ਮਹਿੰਗਾ ਹੋ ਗਿਆ। ਕਿਉਂ ਮਹਿੰਗਾ ਹੋ ਰਿਹਾ? ਕਿਉਂਕਿ ਰਿਲਾਇੰਸ ਨੇ ਪਿਛਲੇ 2 ਸਾਲਾਂ 'ਚ ਮੋਨੋਪੋਲੀ ਕ੍ਰੀਏਟ ਕਰ ਲਈ ਦਾਣੇ ਦੇ ਉੱਪਰ। ਹੁਣ ਦਾਣੇ ਤੋਂ ਹੀ ਲਿਫਾਫਾ ਬਣਨਾ, ਜੋ ਦਾਣੇ ਦਾ ਰੇਟ ਨਿਕਲੂਗਾ ਉਸ ਹਿਸਾਬ ਨਾਲ ਲਿਫਾਫੇ ਦਾ ਰੇਟ ਹੋਊਗਾ। ਕੰਪੀਟੀਸ਼ਨ ਬਿਲਕੁਲ ਖਤਮ। ਜੀਓ 'ਚ ਇਹੀ ਕੀਤਾ ਇਹਨਾਂ ਨੇ, ਸਭ ਤੋਂ ਪਹਿਲਾਂ ਸਾਰਿਆਂ ਨੂੰ ਫ੍ਰੀ ਦੇ ਕੇ ਤੇ ਕੰਪੀਟੀਸ਼ਨ ਦਾ ਲੈਵਲ ਇਸ ਲੈਵਲ ਤੇ ਲੈ ਕੇ ਆਉਂਦਾ ਕਿ ਦੂਜੀ ਕੰਪਨੀਆਂ ਮਤਲਬ ਖਤਮ ਹੀ ਹੋ ਗਈਆਂ, ਹੈ ਨਾ। ਜਿਹੜੀ ਉਹ ਕੀ ਹੈ ਵੋਡਾਫੋਨ ਤੇ ਆਈਡੀਆ ਨੂੰ ਮਰਜ ਕਰਨਾ ਪਿਆ, ਇਸ ਲੈਵਲ ਤੱਕ ਨੁਕਸਾਨ ਹੋਇਆ।
ਉਹਨਾਂ ਦੋਵਾਂ ਦਾ ਮਰਜਰ ਹੋਇਆ ਤੇ ਅੱਜ ਹਾਲਾਤ ਉਹੀ ਹੋਏ ਨਾ ਵੀ ਜਦੋਂ ਕੰਪੀਟੀਸ਼ਨ ਖਤਮ ਕਰਤਾ ਫਿਰ ਆ। ਪਰ ਨਹੀਂ, ਲੋਕ ਸਹੀ ਰਾਈਟ ਟਾਈਮ ਤੇ ਸਿਆਣੇ ਹੋ ਗਏ। ਜਦੋਂ ਜੀਓ 'ਚ ਵੱਧ ਤੋਂ ਵੱਧ ਲੋਕਾਂ ਨੇ ਪੋਰਟ ਕਰਾਉਣੇ ਸ਼ੁਰੂ ਕਰਦੇ, ਹੁਣ ਦੂਸਰੀਆਂ ਕੰਪਨੀਆਂ ਸਟੈਂਡ ਹੋਣਗੀਆਂ, ਫਿਰ ਕੰਪੀਟੀਸ਼ਨ ਹੋਊਗਾ। ਛਤਰੀ ਇੱਥੇ ਵੀ ਲੱਗ ਗਏ ਬੋਰਡ ਤੇ। ਦੇਖੋ ਇਹ ਤੇ ਇਹਨਾਂ ਦੀ ਕੰਪਨੀ ਦੀ ਆਪਣੀ ਉਹ ਹੈ, ਇਹ ਸਾਡਾ ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਠੀਕ ਹੈ, ਅਸੀਂ ਅਡਾਨੀ ਅੰਬਾਨੀ ਦੇ ਸਾਰੇ ਪ੍ਰੋਡਕਟਸ ਦਾ ਬਾਈਕਾਟ ਕਰਦੇ ਹਾਂ। ਇੱਥੇ ਤਾਂ ਮੈਂ ਕਹਿੰਦਾ ਹੁਣ ਜੇ ਕੋਈ ਇੱਥੇ ਮਤਲਬ ਕੰਜ਼ਿਊਮਰ ਪ੍ਰੋਡਕਟਸ ਵਾਲਾ ਆ ਜਾਵੇ, ਕੋਈ ਤੇਲ ਵਾਲਾ ਵੇਚਣ ਆ ਜਾਏ ਜਿਹੜਾ ਅਡਾਨੀ ਅੰਬਾਨੀ ਦੇ ਕੰਪੀਟੀਸ਼ਨ 'ਚ, ਤਾਂ ਕੋਈ ਗੱਲ ਨਹੀਂ ਯਾਰ, ਤੂੰ ਵੇਚ ਲੈ। ਜਿਹੜਾ ਤੇਰਾ ਕੋਈ ਲੈਂਦਾ, ਅਸੀਂ ਮੋਟੀਵੇਟ ਕਰਾਂਗੇ ਲੋਕਾਂ ਨੂੰ। ਅਸੀਂ ਹੁਣ ਵੀ ਮੋਟੀਵੇਟ ਕਰਦੇ ਵੀ ਪੋਰਟ ਕਰਾਓ ਜੀਓ ਤੋਂ ਪੋਰਟ ਕਰਾਓ, ਜਿਸ 'ਚ ਮਰਜ਼ੀ ਕਰਾਓ, ਹੈ ਨਾ। ਬੇਸਿਕਲੀ ਸਾਡਾ ਮਸਲਾ ਉਹਨਾਂ ਬੰਦਿਆਂ ਨੂੰ ਉਹਨਾਂ ਦੇ ਸਟਾਈਲ 'ਚ ਠੋਕਣਾ ਵਾ ਕਿ ਜਿਹੜੇ ਕਾਰਪੋਰੇਟ ਹਾਊਸਿਸ ਆ ਉਹਨਾਂ ਨੂੰ ਕਾਰਪੋਰੇਟ ਹਾਊਸਿਸ ਦੇ ਸਟਾਈਲ 'ਚ, ਜੇ ਕੋਈ ਪੋਲੀਟੀਸ਼ੀਅਨ ਆ ਉਹਨੂੰ ਪੋਲੀਟਿਕਸ ਦੇ ਸਟਾਈਲ 'ਚ। ਉਹ ਪੋਲੀਟੀਸ਼ੀਅਨ ਨੂੰ ਠੋਕਣਾ ਹੋਊਗਾ, ਉਹਦੀਆਂ ਵੋਟਾਂ ਤੋੜ ਦੋ, ਠੀਕ ਹੈ। ਕਾਰਪੋਰੇਟ ਹਾਊਸਿਸ ਨੂੰ ਠੋਕਣਾ ਹੋਊਗਾ ਤਾਂ ਉਹਦੇ ਲਈ ਸਭ ਤੋਂ ਇੰਪੋਰਟੈਂਟ ਕੀ ਹੈ? ਪ੍ਰੋਫਿਟ। ਉਹਦਾ ਪ੍ਰੋਫਿਟ ਜਦੋਂ ਘਟੇਗਾ ਉਹ ਮਰੇਗਾ, ਉਹ ਠੁਕੇਗਾ ਹੀ ਠੁਕੇਗਾ, ਬਸ ਇੰਨਾ ਕੁ ਸੌਖਾ ਜਿਹਾ ਕੰਮ ਹੈ। ਅਰਸ਼ਾਂ ਤੋਂ ਫਰਸ਼ਾਂ ਤੇ ਲਿਆਉਣਾ ਪੰਜਾਬੀਆਂ ਦੀ ਫਿਤਰਤ ਹੈ। ਜੇ ਅਸੀਂ ਅਰਸ਼ਾਂ ਤੇ ਲੈ ਕੇ ਜਾਂਦੇ ਹਾਂ ਕਿਸੇ ਨੂੰ, ਉਹਨਾਂ ਦੀ ਗੁੱਡੀ ਚਾੜਦੇ ਹਾਂ ਤੇ ਜ਼ਮੀਨ ਤੇ ਯਾਦ ਕਰਾਈ ਦੀ ਵੀ ਧਰਤੀ ਪਾਈ 20 ਫੁੱਟ ਡੂੰਘਾ ਦੱਬੀ ਦਾ ਉਹ ਬੰਦੇ ਨੂੰ ਮੁੜ ਕੇ ਲਿਆ ਕੇ ਅਸੀਂ, ਜੇ ਉਹ ਨਹੀਂ ਪੰਜਾਬ ਦੇ ਹਿੱਤਾਂ ਦੀ ਗੱਲ ਕਰਦਾ। ਇੱਕ ਹੋਰ ਮੈਂ ਗੱਲ ਕਵਾਂਗਾ, ਇੱਕ ਬੰਦਾ ਪਹਿਲਾਂ ਬੜਾ ਕਹਿੰਦਾ ਹੁੰਦਾ ਸੀ ਸਰਕਾਰ ਆਉਣ ਤੋਂ ਪਹਿਲਾਂ ਵੀ 35 ਰੁਪਏ 'ਚ ਪੈਟਰੋਲ ਚਾਹੀਦਾ ਜਾਂ 100 ਰੁਪਏ 'ਚ ਪੈਟਰੋਲ ਚਾਹੀਦਾ। ਤੁਹਾਨੂੰ ਪਤਾ ਹੀ ਕਿਹਦਾ ਨਾਮ ਲੈ ਰਿਹਾ, ਹੁਣ ਉਹਦਾ ਆਪਣਾ ਹੀ ਬੜਾ ਤਗੜਾ ਕਾਰਪੋਰੇਟ ਹਾਊਸ ਬਣ ਚੁੱਕਾ ਹੈ। ਉਹ ਬੰਦਾ ਅੱਜ ਕੱਲ੍ਹ ਨਜ਼ਰ ਨਹੀਂ ਆ ਰਿਹਾ। ਮੈਂ ਤੁਹਾਡੇ ਨਾਲ ਉਹਦੇ ਬਾਰੇ ਗੱਲ ਕਰਨੀ ਸੀ। ਨਾਮ ਤਾਂ ਬੜਾ ਪਵਿੱਤਰ ਆ ਰਾਮਦੇਵ, ਪਰ ਹਰਕਤਾਂ ਹਰਾਮਦੇਵ ਵਾਲੀਆਂ ਨੇ ਉਹਦੀਆਂ। ਉਸ ਬੰਦੇ ਨੇ ਜੋ ਕਰਤੂਤਾਂ ਪੰਜਾਬ ਦੇ ਵਿੱਚੋਂ ਹੀ ਔਲੇ ਲੈ ਕੇ, ਪੰਜਾਬ ਦੇ ਵਿੱਚੋਂ ਹੀ ਗਾਜਰਾਂ ਲੈ ਕੇ, 10 ਰੁਪਏ ਦੀ ਗਾਜਰ ਲੈ ਕੇ ਉਹਨੂੰ 110 ਦਾ ਮੁਰੱਬਾ ਕਰਕੇ ਪਾਈਆ ਵੇਚਦਾ ਪਿਆ। ਇਹ ਬਹੁਤ ਹੀ ਨਮੋਸ਼ੀ ਹਰਕਤ ਆ। ਇਹਨਾਂ ਲੋਕਾਂ ਨੂੰ ਪਹਿਲਾਂ ਸਾਡਾ ਇਤਿਹਾਸ ਫਰੋਲਣਾ ਚਾਹੀਦਾ। ਅਸੀਂ ਉਸ ਕੌਮ ਦੇ ਵਾਰਸ ਹਾਂ ਜਿਨ੍ਹਾਂ ਨੇ ਦਿੱਲੀ 'ਚ ਲਾਲ ਕਿਲੇ ਤੋਂ ਜਾ ਕੇ ਇਹਨਾਂ ਨੂੰ, ਫਰੰਗੀਆਂ ਨੂੰ, ਅਬਦਾਲੀਆਂ ਨੂੰ, ਸਾਰਿਆਂ ਨੂੰ ਇੱਥੋਂ ਭਜਾਇਆ, ਤੇ ਇਹ ਸਾਡੇ ਨਾਲ ਪੰਗੇ ਲੈ ਰਹੇ ਨੇ। ਇਸ ਜਿਹੜਾ ਵੀ ਇਹਨਾਂ ਨੇ ਬਿੱਲਾਂ ਦੇ ਵਿੱਚ ਢਾਂਚਾ ਤੁਸੀਂ ਦੇਖਿਓ ਕੀਤਾ ਵਾ, ਯੂਰਪ ਦਾ ਸਾਰਾ ਫੇਲ ਹੋਇਆ ਹੈ ਢਾਂਚਾ ਵਾ। ਘਰੇ ਆਪਾਂ ਕੋਈ ਚੀਜ਼ ਲਿਆਈਏ ਨਾ, ਜੇ ਉਹ ਚੀਜ਼ ਨਾ ਵਧੀਆ ਨਿਕਲੇ ਤਾਂ ਆਪਾਂ ਦੁਬਾਰਾ ਉਹ ਚੀਜ਼ ਨਹੀਂ ਲੈਂਦੇ। ਪਰ ਮੈਂ ਸੋਚਦਾ ਵੀ ਕਿੱਦਾਂ ਦਾ ਮੂਰਖ ਪ੍ਰਧਾਨ ਮੰਤਰੀ ਆ ਜਿਹੜਾ ਯੂਰਪ ਦਾ ਸਾਰੇ ਦਾ ਫੇਲ ਹੋਇਆ ਢਾਂਚਾ ਵਾ ਉਹ ਆਪਣੇ ਦੇਸ਼ ਦੇ ਉੱਤੇ ਲਾਗੂ ਕਰਨਾ ਚਾਹੁੰਦਾ ਵਾ। ਸੋ ਇਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਆ। ਤੁਹਾਨੂੰ ਲੋਕਾਂ ਨੇ ਐਡਾ ਵੱਡਾ ਮੈਂਡੇਟ ਦਿੱਤਾ, ਤੁਹਾਨੂੰ ਐਡੀ ਵੱਡੇ ਮੱਤ ਦੇ ਉੱਤੇ ਜਿਤਾਇਆ ਵਾ, ਤੁਸੀਂ ਆਪਣੇ ਲੋਕਾਂ ਦੀ ਸਾਰ ਲਓ। ਤੁਹਾਡੇ ਸਾਹਮਣੇ ਉੱਥੇ ਕੋਹ ਕੇ ਕਿਸਾਨ ਮਰਦੇ ਪਏ ਨੇ। ਪਹਿਲਾਂ ਤੁਸੀਂ ਪਾਣੀ ਦੀਆਂ ਵਿਛਾੜਾਂ, ਡਾਂਗਾ ਮਾਰੀਆਂ, ਹੁਣ ਤਾਂ ਕਿਸਾਨ ਮਰਨੇ ਸ਼ੁਰੂ ਹੋ ਗਏ। ਕਿਸਾਨ ਤਾਂ ਪਹਿਲਾਂ ਵੀ ਮਰ ਰਹੇ ਸੀ, ਫਾਹੇ ਲੈ ਕੇ ਮਰ ਰਹੇ ਸੀ, ਸਲਫਾਸ ਦੀਆਂ ਗੋਲੀਆਂ ਖਾ ਮਰ ਰਹੇ ਸੀ। ਕਿਸਾਨ ਅੱਜ ਵੀ ਉਸ ਤਰਸਯੋਗ ਹਾਲਤ ਵਿੱਚ ਅੱਜ ਉੱਥੇ ਦਿੱਲੀ ਦੇ ਬਾਰਡਰ ਦੇ ਉੱਤੇ ਮਰਦੇ ਪਏ ਨੇ। ਸਰਾਭਾ ਸਾਹਿਬ, ਅੰਤ 'ਚ ਮੈਂ ਇਹੀ ਪੁੱਛਣਾ ਚਾਹਾਂਗਾ ਵੀ ਇੱਥੇ ਲੰਗਰ ਵੀ ਨਾਲੋਂ ਨਾਲ ਚੱਲ ਰਹੇ ਨੇ, ਟੈਂਟ ਵੀ ਲੱਗ ਗਏ ਆ, ਮਤਲਬ ਇਹ ਸਭ ਕੁਝ ਕਿੱਦਾਂ ਹੋ ਗਿਆ ਇੱਕੋ ਦਮ? ਇਹ ਤਾਂ ਸੰਗਤਾਂ ਦਾ ਸਹਿਯੋਗ ਆ। ਸਾਨੂੰ ਤਾਂ ਡੱਕਾ ਵੀ ਨਹੀਂ ਪਤਾ ਕਿੱਥੋਂ ਗਦੇਲੇ ਆਏ ਨੇ, ਕਿੱਥੋਂ ਦੁੱਧ ਆਈ ਜਾਂਦਾ, ਕਿੱਥੋਂ ਚਾਹ ਆਈ ਜਾਂਦੀ ਹੈ, ਸਾਨੂੰ ਕੱਖ ਨਹੀਂ ਪਤਾ। ਰਾਤ ਮੈਂ ਤੇ ਮੌਰੀਆ ਸਾਹਿਬ ਇੱਥੇ ਪੂਰੀ ਰਾਤ ਉਰੇ ਰਹੇ ਆ, ਸਾਨੂੰ ਨਹੀਂ ਪਤਾ ਰਾਤ ਸਾਡੀ ਕਿਵੇਂ ਲੰਘ ਗਈ, ਔਰ ਜਾਗਦੇ ਹੀ ਕੱਟ ਲਈ ਅਸੀਂ ਰਾਤ। ਔਰ ਅੱਜ ਕੱਲ੍ਹ ਵਾਲੇ ਕੱਪੜੇ ਤੁਸੀਂ ਮੇਰੇ ਦੇਖ ਸਕਦੇ ਹੋ, ਉਹੀ ਪਾਏ ਹੋਏ ਨੇ। ਮੈਂ ਅਜੇ ਘਰੇ ਵੀ ਨਹੀਂ ਗਿਆ। ਸੋ ਜਿਉਂ ਕੱਲ੍ਹ ਦੇ ਇੱਥੇ ਆਏ ਆ, ਉਸੇ ਲਿਬਾਸ ਦੇ ਵਿੱਚ ਇੱਥੇ ਬੈਠੇ ਆ। ਸੰਗਤਾਂ ਦੇ ਪਿਆਰ ਦਾ ਜਿਹੜਾ ਮੁੱਲ ਅਸੀਂ ਮੋੜ ਨਹੀਂ ਸਕਦੇ, ਬਹੁਤ ਪਿਆਰ ਦੇ ਰਹੇ ਆ ਲੋਕ। ਇਹ ਲੋਕ ਕਿਸਾਨੀ ਨੂੰ ਪਿਆਰ ਕਰਦੇ ਨੇ। ਔਰ ਮੈਂ ਬੇਨਤੀ ਕਰਨੀ ਚਾਹੁੰਦਾ ਆ ਲੋਕਾਂ ਨੂੰ, ਅਜੇ ਵੀ ਆਪਦੀਆਂ ਘਰ ਦੀਆਂ ਜਿਹੜੇ ਰਜਾਈਆਂ ਨੂੰ ਛੱਡ ਕੇ ਇਸ ਥਾਂ ਤੇ ਆ ਕੇ ਆਪਦਾ ਸਮਾਂ ਬਿਤਾਓ। ਤੁਹਾਨੂੰ ਸਕੂਨ ਮਿਲੂਗਾ, ਤੁਹਾਨੂੰ ਐਂ ਲੱਗੂਗਾ ਵੀ ਰੂਹ ਦੀ ਖੁਰਾਕ ਤੁਹਾਨੂੰ ਮਿਲ ਗਈ। ਜਿਹੜੇ ਨਹੀਂ ਗਏ ਉਹਨਾਂ ਵਾਸਤੇ ਪੈਗਾਮ ਹੈ, ਇਹ ਲੁਧਿਆਣੇ ਦਾ ਸਿੰਘੂ ਬਾਰਡਰ ਹੈ। ਅਸੀਂ ਇਹਨਾਂ ਨੂੰ ਦੱਸ ਦਈਏ, ਇਹ ਇਸ ਵੇਲੇ ਲੁਧਿਆਣੇ ਦੇ ਸਿੰਘੂ ਬਾਰਡਰ ਤੋਂ ਅਸੀਂ ਲਾਈਵ ਹੋ ਰਹੇ ਹਾਂ। ਇਹ ਸਿੰਘੂ ਬਾਰਡਰ ਦੁੱਗਰੀ ਰੋਡ ਦੇ ਉੱਪਰ ਪੈਟਰੋਲ ਪੰਪ ਦੇ ਬਾਹਰ ਹੈ। ਤੇ ਆ ਬਾਈ ਮੌਰੀਏ ਦਾ ਬਹੁਤ ਧੰਨਵਾਦ ਹੈ। ਇਹ ਸਾਰੀ ਰਾਤ ਆਪਦੀਆਂ ਗੱਲਾਂ ਸੁਣਾ ਕੇ ਇਹਨੇ ਮੇਰਾ ਟਾਈਮ, ਅਸੀਂ ਸਾਰੀ ਰਾਤ ਕਿਸਾਨੀ ਸੰਘਰਸ਼ ਦੀਆਂ ਗੱਲਾਂ ਕਰਦੇ ਰਹੇ, ਯਾਦ ਕਰਦੇ ਰਹੇ ਉਹਨਾਂ ਛੋਟੇ ਸਾਹਿਬਜ਼ਾਦਿਆਂ ਨੂੰ, ਮਾਤਾ ਗੁਜਰੀ ਨੂੰ, ਉਹਨਾਂ ਨੇ ਕਿਵੇਂ ਰਾਤ ਕੱਟੀ ਹੋਊਗੀ ਇੰਨੀ ਠੰਡ 'ਚ। ਉਹੀ ਠੰਡ ਕੱਲ੍ਹ ਸਾਡੇ ਪੈ ਰਹੀ ਸੀ, ਪਰ ਅਸੀਂ ਰਜਾਈਆਂ ਕੰਬਲਾਂ ਦੇ ਵਿੱਚ ਸੀਗੇ। ਪਰ ਉਹ ਤਾਂ ਕਿਆ ਮਹਾਨ ਸ਼ਖਸੀਅਤਾਂ ਸੀਗੀਆਂ। ਤੇ ਅਸੀਂ ਇੰਨਾ ਵੀ ਨਹੀਂ ਕਰ ਸਕਦੇ ਵੀ ਅਸੀਂ ਇਸ ਕਿਸਾਨੀ ਸੰਘਰਸ਼ ਦਾ ਹਿੱਸਾ ਇੱਥੇ ਬਹਿ ਕੇ ਨਹੀਂ ਬਣ ਸਕਦੇ। ਕਿਉਂ ਨਹੀਂ ਬਣ ਸਕਦੇ? ਸਾਡੀਆਂ ਰਗਾਂ ਦੇ ਵਿੱਚ ਵੀ ਉਹਨਾਂ ਕਿਸਾਨ ਪੁੱਤਰਾਂ ਦਾ ਦਿੱਤਾ ਹੋਇਆ ਅੰਨ ਆ। ਸੋ ਅਸੀਂ ਬਹੁਤ ਸਕੂਨ ਮਹਿਸੂਸ ਕਰ ਰਹੇ ਹਾਂ। ਲੋਕਾਂ ਨੂੰ ਵੀ ਬੇਨਤੀ ਕਰਦੇ ਹਾਂ, ਵੀਰੋ ਇਹ ਮੁੱਲ ਮੋੜਨ ਦਾ ਟਾਈਮ ਆ ਗਿਆ, ਇਹ ਅਜਾਈ ਨਾ ਜਾਣ ਦਿਓ। ਸੋ ਇਹ ਬੇਨਤੀ ਕਬੂਲ ਕਰੋ, ਪੂਰੀ ਤਰ੍ਹਾਂ ਬਾਈਕਾਟ ਕਰੋ ਇਹਨਾਂ ਘਟੀਆ ਕੰਪਨੀਆਂ ਦਾ। ਘਟੀਆ ਕੰਪਨੀਆਂ ਇਸ ਲਈ ਵਰਤਾਂ ਕਿਉਂਕਿ ਇਹਨਾਂ ਦੀ ਸੋਚ ਘਟੀਆ, ਜਿਹਦੀ ਸੋਚ ਘਟੀਆ ਉਹਦਾ ਸਭ ਕੁਝ ਘਟੀਆ। ਸੋ ਅਡਾਨੀ ਅੰਬਾਨੀ ਇਹ ਜਾਣ ਲੈਣ ਵੀ ਪੰਜਾਬ ਦੇ ਵਿੱਚੋਂ ਬਿਸਤਰਾ ਗੋਲ ਇਹਨਾਂ ਦਾ ਹੋ ਚੁੱਕਿਆ। ਅਜੇ ਵੀ ਜਿਹੜਾ ਨੇ ਨਹੀਂ ਕੀਤਾ, ਜਿਹੜੇ ਲੋਕ ਅਜੇ ਇਹਨਾਂ ਦਾ ਬਾਈਕਾਟ ਨਹੀਂ ਕਰਦੇ, ਅਜੇ ਵੀ ਉਹ ਪੰਜਾਬ ਦੇ ਪਾਣੀਆਂ ਨਾਲ ਧੋਖਾ ਕਰਦੇ ਆ, ਪੰਜਾਬ ਦੇ ਅੰਨ ਨਾਲ ਧੋਖਾ ਕਰਦੇ ਆ। ਉਹ ਆਪਣੀਆਂ ਮਾਵਾਂ ਦੀਆਂ ਕੁੱਖਾਂ
ਨੂੰ ਗਾਲਾਂ ਦੇ ਰਹੇ ਨੇ ਜਿਹੜੇ ਅਜੇ ਵੀ ਅੰਡਾਨੀਆਂ ਬਾਨੀਆਂ ਦਾ ਮਾਲ ਖਰੀਦ ਰਹੇ ਨੇ। ਸੋ ਦੁਕਾਨਦਾਰ ਵੀਰਾਂ ਨੂੰ ਅਪੀਲ ਕਰਦਾ ਹੈ, ਜਿਹੜੇ ਵੱਡੇ ਵੱਡੇ ਵਪਾਰੀ ਨੇ ਉਹਨਾਂ ਨੂੰ ਅਪੀਲ ਹੈ, ਹੋਲਸੇਲਰਾਂ ਨੂੰ ਅਪੀਲ ਆ, ਅੰਡਾਨੀਆਂ ਬਾਨੀਆਂ ਦੀਆਂ ਕੰਪਨੀਆਂ ਦਾ ਮਾਲ ਵੇਚਣਾ ਬੰਦ ਕਰ ਦਿਓ, ਨਹੀਂ ਤਾਂ ਆਉਣ ਵਾਲੇ ਸਮੇਂ 'ਚ ਤੁਹਾਨੂੰ ਨਤੀਜੇ ਭੁਗਤਣੇ ਪੈਣਗੇ। ਪੰਜਾਬ ਦਾ ਨੌਜਵਾਨ ਜਾਗ ਚੁੱਕਿਆ, ਕੱਲ ਨੂੰ ਇਹ ਨਾ ਹੋਵੇ ਉਹਨਾਂ ਦੇ ਚੱਕਰ 'ਚ ਨੁਕਸਾਨ ਭਰਾ ਦਾ ਹੋ ਜਾਵੇ। ਸੋ ਅਸੀਂ ਹੁਣ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਵੀ ਵੀਰੋ ਇਹਨਾਂ ਅੰਡਾਨੀਆਂ ਬਾਨੀਆਂ ਦਾ ਮਾਲ ਵੇਚਣਾ ਬੰਦ ਕਰ ਦਿਓ, ਕੋਈ ਹੋਲਸੇਲ ਨਾ ਕਰੇ, ਕੋਈ ਰਿਟੇਲਿੰਗ ਨਾ ਕਰੇ। ਔਰ ਲੁਧਿਆਣੇ ਦੇ ਬਾਕੀ ਪੈਟਰੋਲ ਪੰਪ ਜਿਹੜੇ ਜੀਓ ਦੇ ਅਜੇ ਵੀ ਖੁੱਲ੍ਹੇ ਪਏ ਨੇ, ਉਹ ਆਪਣੇ ਜਾਨ ਮਾਲ ਦੇ ਆਪ ਜ਼ਿੰਮੇਵਾਰ ਹੋਣਗੇ ਜੇ ਅਜੇ ਵੀ ਇਹ ਵੀਡੀਓ ਦੇਖ ਕੇ ਉਹ ਬੰਦ ਨਹੀਂ ਕਰਨਗੇ। ਇਹ ਸਾਰੇ ਜੀਓ ਰਿਲਾਇੰਸ ਪੈਟਰੋਲ ਪੰਪਾਂ ਨੂੰ ਸਾਡੀ ਸਖਤ ਤਾੜਨਾ ਆ ਵੀ ਭਾਈ ਹੋਰ ਐਡ ਕਰਨੀ ਚਾਹੁੰਦੇ ਆ ਅਸੀਂ, ਕੱਲਾ ਅੰਬਾਨੀ ਅੰਡਾਨੀ ਨਹੀਂ, ਇੱਕ ਹੋਰ ਬਹੁਤ ਵੱਡਾ ਅਦਾਰਾ ਤੁਹਾਨੂੰ ਤੁਸੀਂ ਪਹਿਲਾਂ ਦੱਸਿਆ ਵੀ ਬਣਦਾ ਜਾ ਰਿਹਾ। ਨਾਲ ਦੀ ਨਾਲ ਆਪਾਂ ਨੂੰ ਪਤੰਜਲੀ ਨੂੰ ਵੀ ਬੈਨ ਕਰਨਾ ਪਊਗਾ। ਜਿੱਥੇ ਜਿੱਥੇ ਆਪਣੇ ਬਾਬੇ ਰਾਮਦੇਵ ਦੇ ਜਿੱਥੇ ਜਿੱਥੇ ਤੁਹਾਨੂੰ ਸਟੋਰ ਦਿਖਦੇ ਨੇ, ਪੂਰਨ ਤੌਰ ਤੇ ਉਹਨਾਂ ਦਾ ਬਾਈਕਾਟ ਕਰੋ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਹੁਣ ਤਾਂ ਇਹ ਪੰਪ ਬੰਦ ਕਰਾਇਆ ਨਾ, ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਅਸੀਂ ਨੱਕ ਦੇ ਵਿੱਚ ਦਮ ਕਰ ਦਾਂਗੇ। ਇਦੋਂ ਪਹਿਲਾਂ ਤੁਸੀਂ ਆਪ ਹੀ ਇਹ ਪਤੰਜਲੀ ਦੇ ਜਿੰਨੇ ਸਟੋਰ ਨੇ ਇਹ ਬੰਦ ਕਰੋ। ਤੇ ਲੋਕਾਂ ਨੂੰ ਅਪੀਲ ਕਰਦੇ ਹਾਂ, ਜਦੋਂ ਆ ਕੰਪਨੀਆਂ ਨਹੀਂ ਆਈਆਂ ਸੀ ਉਦੋਂ ਪਹਿਲਾਂ ਵੀ ਤਾਂ ਆਪਾਂ ਸਰਵਾਈਵ ਕਰਦੇ ਸੀ ਨਾ। ਹੁਣ ਅਸੀਂ ਬੇਨਤੀ ਕਰਦੇ ਹਾਂ ਸਾਰੇ ਵੀਰਾਂ ਨੂੰ, ਜਿੰਨੇ ਉੱਥੇ ਨਹੀਂ ਜਾ ਸਕਦੇ, ਇੱਕ ਤਾਂ ਇੱਥੇ ਆ ਕੇ ਸਾਡਾ ਸਾਥ ਦਿਓ। ਤੇ ਤੁਸੀਂ ਆਪਣੇ ਸਰਾਊਂਡਿੰਗਸ ਦੇ ਵਿੱਚ ਦੇਖੋ, ਜਿੱਥੇ ਜਿੱਥੇ ਤੁਹਾਨੂੰ ਰਿਲਾਇੰਸ ਦੇ ਪ੍ਰੋਡਕਟ, ਪਤੰਜਲੀ ਦੇ ਪ੍ਰੋਡਕਟ ਜਾਂ ਅੰਬਾਨੀਆਂ ਅੰਡਾਨੀਆਂ ਨੂੰ ਲੈ ਕੇ ਜੋ ਜੋ ਵੀ ਮਿਲਦਾ ਇਹਦਾ ਪੂਰਨ ਤੌਰ ਤੇ ਬਾਈਕਾਟ ਕਰੋ, ਤਾਂ ਕਿ ਆਪਾਂ ਆਪਣਾ ਛੋਟਾ ਜਿਹਾ ਇੱਕ ਸੰਘਰਸ਼ ਦੇ ਵਿੱਚ ਆਪਣਾ ਸਹਿਯੋਗ ਪਾ ਸਕੀਏ। ਤੇ ਜਿਹੜੇ ਵੀਰ ਉੱਥੇ ਦਿੱਲੀ ਨੂੰ ਘੇਰੀ ਬੈਠੇ ਆ ਉਹਨਾਂ ਨੂੰ ਆਪਾਂ ਹੌਸਲਾ ਅਫਜ਼ਾਈ ਕਰੀਏ ਵੀ ਅਸੀਂ ਤੁਹਾਡੇ ਪਿੱਛੇ ਤੁਹਾਡੇ ਨਾਲ ਖੜੇ ਆ। ਦਿੱਲੀ ਦਾ ਵੈਸੇ ਸੇਵਾ ਕਰ ਰਹੀ ਹੈ, ਕਹਿ ਰਹੇ ਹੋ। ਓਹੋ 25,000 ਕਰੋੜ ਦੀ ਟਰਨਓਵਰ ਆ ਜੀ। ਕੈਸੀ ਸੇਵਾ ਕਾਦੀ ਸੇਵਾ? 25,000। ਜੇ ਤੁਸੀਂ ਸੇਵਾ ਦੀ ਗੱਲ ਕਰਦੇ ਹੋ ਨਾ, ਸੇਵਾ ਦਾ ਨਾਮ ਸਿਰਫ ਖਾਲਸਾ ਏਡ ਕਰ ਰਹੀ ਆ। ਬਸ ਖਾਲਸਾ ਏਡ ਸੇਵਾ ਦਾ ਨਾਮ ਆ। ਤੁਸੀਂ ਦੇਖਿਆ ਹੋਣਾ ਯੂਕੇ ਦੇ ਵਿੱਚ ਕਰੋਨਾ ਦਾ ਜਿਹੜਾ ਦੌਰ ਚੱਲਦਾ ਪਿਆ, ਉਹਦੇ ਕਰਕੇ ਸਾਰੇ ਬਾਰਡਰ ਯੂਰਪ ਦੇ ਸੀਲ ਹੋ ਗਏ ਤੇ ਰਵੀ ਭਾਜੀ ਨੇ ਉੱਥੇ ਵੀ ਕਿਸੇ ਨੂੰ ਭੁੱਖਾ ਨਹੀਂ ਮਰਨ ਦਿੱਤਾ। ਉੱਥੇ ਦੀਆਂ ਸਰਕਾਰਾਂ ਨੇ ਹੱਥ ਖੜੇ ਕਰਤੇ ਵੀ ਸਾਡੇ ਕੋਲੇ ਕੋਈ ਫੈਸਿਲਿਟੀ ਨਹੀਂ ਹੈਗੀ ਤੁਹਾਨੂੰ ਪ੍ਰੋਵਾਈਡ ਕਰਨ ਲਈ, ਪਰ ਉੱਥੇ ਵੀ ਖਾਲਸਾ ਏਡ ਨੇ ਜਾ ਕੇ ਝੰਡੇ ਗੱਡੇ ਨੇ। ਤੁਸੀਂ ਇਹਨਾਂ ਚੀਜ਼ਾਂ ਦਾ ਨਾਂ ਨਾ ਲਓ, ਇਹ ਸੇਵਾਦਾਰ ਨਹੀਂਗੇ, ਇਹ ਵਪਾਰੀ ਲੋਕ ਨੇ, ਇਹ ਕੌਣ ਵਾਂਗੂ ਸਾਨੂੰ ਚਿੰਬੜੇ ਨੇ। ਸੇਵਾਦਾਰਾਂ ਦੀ ਸਾਨੂੰ ਲੋੜ ਹੈ, ਉਰੇ ਆਓ ਸੇਵਾ ਕਰੋ, ਰਾਤ ਨੂੰ ਇੱਥੇ ਰੌਲ ਲਾਓ। ਜਿਹੜੇ ਕਿਸੇ ਸੰਘਰਸ਼ ਦੇ ਵਿੱਚ ਸਲਵਾਰ ਪਾ ਕੇ ਭਾਜਣ, ਸਾਨੂੰ ਇਦਾਂ ਦੇ ਸੇਵਾਦਾਰਾਂ ਦੀ ਲੋੜ ਨਹੀਂ। ਇਹ ਉਹ ਲੋਕ ਨੇ ਜਿਹੜੇ ਥੋੜੇ ਜਿਹੇ ਇਕੱਠ ਨੂੰ ਦੇਖ ਕੇ, ਪੁਲਿਸ ਨੂੰ ਦੇਖ ਕੇ ਸਲਵਾਰਾਂ ਪਾ ਕੇ ਭੱਜ ਲੈਂਦੇ ਆ। ਤੇ ਸਾਡੇ ਸੂਰਮੇ ਉਹ ਨੇ ਜਿਨ੍ਹਾਂ ਨੇ ਦਿੱਲੀ ਦੇ ਤਖਤ ਦੇ ਉੱਤੋਂ ਤਖਤੋਂ ਤੌਸ ਪੱਟ ਕੇ ਲਿਆਏ ਸੀ। ਅੱਜ ਵੀ ਅਕਾਲ ਤਖਤ ਸਾਹਿਬ ਤੁਸੀਂ ਚਲ ਜਾਓ, ਦਿੱਲੀ ਦਾ ਤਖਤ ਸਿੰਘ ਪੱਟ ਕੇ ਲਿਆਏ ਸੀ। ਇੱਕ ਹੋਰ ਗੱਲ ਹੈ, ਇੱਕ ਨਿਊਜ਼ੀਲੈਂਡ ਵਾਲੇ ਨੇ ਵੈਸੇ ਪਿੱਛੇ ਆਈ ਵੀ ਖਬਰ ਵੀ ਆਈ ਹੈ, ਉਹ ਚਲੋ ਉਹਦੀ ਖਬਰ ਛੱਡ ਦੋ, ਵੀ ਲੋਕ ਖੁਸ਼ ਵੀ ਬੜੇ ਹੋਏ ਸੀ ਉਸ ਖਬਰ ਤੇ। ਉਹ ਕਹਿ ਰਿਹਾ ਸੀ ਦਿੱਲੀ ਤਾਂ ਜਿੱਤੀ ਨਹੀਂ ਇਹਨਾਂ ਨੇ। ਗੱਲ ਇਹ ਹੈ, ਉਹ ਮੈਂ ਨਾਂ ਲੈਣਾ ਉਸ ਬਸ਼ਰਮ ਦਾ, ਨੇਕੀ ਹੈ, ਉਹ ਕਿਹੜਾ ਕੰਮ ਨੇਕੀ ਦਾ ਕੀਤਾ ਉਸ ਕੰਜਰ ਨੇ। ਸੋ ਸਾਰੇ ਪਿੰਡ ਦੀ ਝੂਠ ਨਹੀਂ ਛੱਡਣੀ ਤੇ ਨਾਂ ਸੁੱਚਾ ਸਿੰਘ, ਤੇ ਸਾਰਿਆਂ ਤੋਂ ਲੁੱਚਾ ਸੀਗਾ ਉਹ ਬੰਦਾ, ਘਟਿਆ। ਮੈਂ ਕਹਿੰਦਾ ਪਰਮਾਤਮਾ ਕਰੇ ਉਹਨੂੰ ਚੱਕ ਹੀ ਲਵੇ। ਮੈਂ ਸ਼ਰੇਆਮ ਕਹਿੰਦਾ ਵੀ ਪਰਮਾਤਮਾ ਇਹੋ ਜਿਹੇ ਬੰਦਿਆਂ ਦਾ ਨਾਮੋ ਨਿਸ਼ਾਨ ਮਿਟਾ ਦੇ ਇਸ ਦੁਨੀਆ ਤੋਂ। ਮੈਂ ਉਹਨਾਂ ਬਹਾਦਰ ਸੂਰਮਿਆਂ ਨੂੰ ਮੈਂ ਸਲੂਟ ਕਰਦਾ ਜਿਨ੍ਹਾਂ ਨੇ ਉਹਨੂੰ ਸੋਧਾ ਲਾਇਆ, ਤੇ ਇਦਾਂ ਹੀ ਸੋਧੇ ਲੱਗਣਗੇ ਜਿਹੜੇ ਨੇਕੀ ਤੇ ਉਹਦੇ ਯਾਰ ਨੇ ਨਾ। ਤੁਸੀਂ ਸਮਝ ਹੀ ਗਏ ਹੋਵੋਗੇ, ਨੇਕੀ ਦੇ ਤਾਂ ਯਾਰ ਉਹਨਾਂ ਨੂੰ ਵੀ ਸਮਝ ਲੈਣਾ ਚਾਹੀਦਾ। ਜੇ ਅਸੀਂ ਹਾਂਜੀ ਬਿਲਕੁਲ ਬਿਲਕੁਲ, ਪਜਾਮੀਆਂ ਵਾਲੇ ਜਿਹੜੇ ਭੱਜਦੇ ਹੁੰਦੇ ਐ ਕਰਕੇ, ਜਿਹੜੇ ਐ ਡਾਂਸ ਕਰਦੇ ਫਿਰਦੇ ਆ ਨਾ ਗੋਲ ਗੋਲ ਘੱਗਰੀਆਂ ਵਾਲੇ, ਤੁਸੀਂ ਸਮਝ ਹੀ ਗਏ ਹੋ, ਉਹਨਾਂ ਨੂੰ ਵੀ ਸਮਝਣਾ ਚਾਹੀਦਾ। ਤੁਸੀਂ ਸਾਡੀ ਸਿੱਖੀ ਪਰੰਪਰਾ ਦੇ ਖਿਲਾਫ ਬੋਲੋਗੇ, ਬਾਣੀ ਦੇ ਖਿਲਾਫ ਬੋਲੋਗੇ, ਤੁਹਾਡਾ ਇਹੀ ਹਸ਼ਰ ਹੋਣਾ ਆ। ਮੋਰੀਆ ਸਾਹਿਬ ਨਾਲ ਗੱਲਬਾਤ ਕਰਦੇ ਆ। ਰਾਤ ਕਿੱਦਾਂ ਗੁਜ਼ਰੀ? ਰਾਤ ਸਾਨੂੰ ਮੋਟੀਵੇਸ਼ਨ ਗਰੇਵਾਲ ਸਾਹਿਬ ਤੋਂ ਮਿਲੀ ਤੇ ਅਸੀਂ ਰਾਤ ਰਹੇ। ਰਾਤ ਬਹੁਤ ਠੰਡੀ ਸੀ, ਭਾਵੇਂ ਗੋਲਡੀ ਭਾਈ ਨੇ ਕਾਫੀ ਕੰਬਲ ਦਿੱਤੇ ਸੀਗੇ, ਪਰ ਰਾਤ ਕਾਫੀ ਠੰਡੀ ਸੀ। ਔਰ ਅਸੀਂ ਮਹਿਸੂਸ ਕਰ ਸਕਦੇ ਹਾਂ, ਦੇਖੋ ਜਿਵੇਂ ਅੱਗੇ ਵੀ ਗੱਲ ਹੋਈ ਹੈ ਕਿ ਜੋੜ ਮੇਲਾ ਚੱਲਦਾ, ਗੁਰੂਆਂ ਦੀ ਜਿਹੜੀ ਪਰੰਪਰਾ ਹੈਗੀ ਆ, ਉਹਨਾਂ ਨੇ ਉਹ ਪਰੰਪਰਾ ਕਿਵੇਂ ਨਿਭਾਈ ਹੋਊਗੀ। ਅਸੀਂ ਉਹ ਚੀਜ਼ ਨੂੰ ਯਾਦ ਕਰਕੇ ਸਾਨੂੰ ਬੜਾ ਦੁੱਖ ਮਹਿਸੂਸ ਹੁੰਦਾ ਕਿ ਅਸੀਂ ਤਾਂ ਕੰਬਲ ਲੈ ਕੇ ਸੁੱਤੇ ਸੀਗੇ, ਉੱਪਰ ਟੈਂਟ ਸੀਗਾ, ਥੱਲੇ ਗੱਦੇ ਸੀਗੇ, ਫਿਰ ਵੀ ਸਾਡੀ ਜਿਹੜੀ ਰਾਤ ਆ ਬੜੀ ਠੰਡੀ ਲੰਘੀ ਹੈ। ਸੋ ਮੈਂ ਇਹੀ ਕਹੂੰਗਾ ਕਿ ਜਿਹੜਾ ਕਿਸਾਨੀ ਅੰਦੋਲਨ ਹੈ, ਇਹਦੀ ਜਿਹੜੀ ਸਫਲਤਾ ਹੁਣ ਸਾਨੂੰ ਮਿਲ ਰਹੀ ਹੈ, ਥੋੜ੍ਹਾ ਜਿਹਾ ਝਟਕਾ ਹਲੇ ਬਾਕੀ ਰਹਿ ਰਿਹਾ। ਸਾਨੂੰ ਜਿਹੜੇ ਕਾਰਪੋਰੇਟ ਹਾਊਸਿਸ ਹੈਗੇ ਆ, ਇਹਨਾਂ ਦਾ ਪੂਰਨ ਤੌਰ ਤੇ ਬਾਈਕਾਟ ਕਰਨ ਦੀ ਲੋੜ ਹੈ। ਜਿਵੇਂ ਸਾਡੇ ਬਾਈ ਸਰਾਭਾ ਜੀ ਨੇ ਕਿਹਾ, ਗਰੇਵਾਲ ਸਾਹਿਬ ਨੇ, ਕਿ ਜਿਹੜੇ ਰਿਲਾਇੰਸ ਦੇ ਪੈਟਰੋਲ ਪੰਪ ਆ ਉਹ ਆਪ ਮੁਹਾਰੇ ਹੋ ਕੇ ਆਪਣੇ ਪੈਟਰੋਲ ਪੰਪ ਬੰਦ ਕਰ ਦੇਣ, ਇਸ ਤੋਂ ਪਹਿਲਾਂ ਕਿ ਕਿਸਾਨ ਜਿਹੜੇ ਵੀਰ ਆ ਉਹਨਾਂ ਨੂੰ ਬੇਨਤੀ ਕਰਨ, ਉਹ ਫਿਰ ਉਹਨਾਂ ਨੂੰ ਚੁੱਭ ਸਕਦਾ। ਸੋ ਅਸੀਂ ਚਾਹੁੰਦੇ ਹਾਂ ਕਿ ਆਪ ਮੁਹਾਰੇ ਆਪਣੇ ਆਪ ਹੀ ਬੰਦ ਕਰ ਦੇਣ, ਕਿਉਂਕਿ ਦੇਖੋ ਦੇਸ਼ ਦੀ ਜਿਹੜੀ ਆਜ਼ਾਦੀ ਹੈ, ਚਾਹੇ ਤਥਾ ਕਥਿਤ ਆਜ਼ਾਦੀ ਹੈ, ਪੂਰਨ ਤੌਰ ਤੇ ਸਾਨੂੰ ਕਿਵੇਂ ਆਜ਼ਾਦੀ ਹੈ ਸਾਨੂੰ ਪਤਾ ਹੀ ਹੈ, ਅਸੀਂ ਕਿੰਨੇ ਕੁ ਆਜ਼ਾਦ ਹਾਂ ਸਾਨੂੰ ਪਤਾ ਹੈ। ਅੱਜ
ਐਜੂਕੇਸ਼ਨ ਦੀ ਕੋਈ ਗੱਲ ਨਹੀਂ ਹੋ ਰਹੀ। ਅੱਜ ਨੌਕਰੀਆਂ ਦੀ, ਸਰਕਾਰੀ ਨੌਕਰੀਆਂ ਦੀ ਕੋਈ ਗੱਲ ਨਹੀਂ ਹੋ ਰਹੀ। ਸਾਰੇ ਵਾਅਦੇ ਖਿਲਾਫੀ ਜਿਹੜੀ ਕੇਂਦਰ ਦੀ ਸਰਕਾਰ, ਮੋਦੀ ਸਰਕਾਰ ਕਰ ਰਹੀ ਹੈ, ਉਹਨਾਂ ਦਾ ਜਿਹੜਾ ਏਜੰਡਾ ਆ ਉਹ ਭਾਰਤੀ ਸੰਵਿਧਾਨ ਦੇ ਖਿਲਾਫ ਏਜੰਡਾ ਆ। ਤੁਸੀਂ ਦੇਖੋ, ਇਹਨਾਂ ਨੇ ਕਿਹਾ ਜੀ ਅਸੀਂ ਫਲਾਣੇ ਜਗ੍ਹਾ ਹੁਣ ਤੁਸੀਂ ਜ਼ਮੀਨ ਲੈ ਸਕਦੇ ਹੋ, ਫਲਾਣੇ ਜਗ੍ਹਾ ਤੁਸੀਂ ਜ਼ਮੀਨ ਖਰੀਦ ਸਕਦੇ ਹੋ। ਮੈਂ ਮੋਦੀ ਸਾਹਿਬ ਜਿਹੜੇ ਕਿ ਪਪਟ ਹੈਗੇ ਆ ਕਿਸੇ ਇਹਨਾਂ ਕਾਰਪੋਰੇਟ ਹਾਊਸਿਸ ਨੇ, ਅਡਾਨੀ ਅੰਬਾਨੀਆਂ ਦੇ, ਉਹਨਾਂ ਨੂੰ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਉੱਥੇ ਜ਼ਮੀਨ ਹੁਣ ਕੌਣ ਲਊਗਾ? ਜ਼ਮੀਨ ਕਿਹਨਾਂ ਨੂੰ ਤੁਸੀਂ ਅਲਾਟ ਕਰ ਰਹੇ ਹੋ? ਅਸੀਂ ਤੁਹਾਡੇ ਤੋਂ ਵੱਡਾ ਕੁਐਸਚਨ ਪੁੱਛ ਰਹੇ ਹਾਂ ਕਿ ਜਿਹੜੀਆਂ ਜ਼ਮੀਨਾਂ ਤੁਸੀਂ ਹੁਣ ਪਹਿਲਾਂ ਅਡਾਨੀ ਅੰਬਾਨੀ ਦਫ਼ਤਰਾਂ 'ਚ ਅਲਾਟ ਹੋ ਚੁੱਕੀਆਂ ਨੇ ਔਰ ਤੁਸੀਂ ਉਹ ਜ਼ਮੀਨਾਂ ਬਾਅਦ 'ਚ ਖਰੀਦਣ ਵਾਸਤੇ ਖੋਲੀਆਂ ਨੇ, ਤੁਸੀਂ ਇਹ ਸਾਨੂੰ ਦੱਸ ਦੇਣਾ ਕਿ ਸਾਲ ਬਾਅਦ 6 ਮਹੀਨੇ ਬਾਅਦ ਕਿੰਨੇ ਹਜ਼ਾਰ ਏਕੜ ਕੌਣ ਜ਼ਮੀਨਾਂ ਲੈਣ ਜਾ ਰਿਹਾ ਉੱਥੇ, ਕਿਹਨੂੰ ਮਿਲਣਗੀਆਂ ਉਹ ਜ਼ਮੀਨਾਂ? ਪੰਜਾਬ ਦੀ ਜਿਹੜੀ ਹਰਿਆਲੀ ਹੈ ਉਹ ਇਹਨਾਂ ਦੀ ਨਿਗਾਹ ਦੇ ਵਿੱਚ ਆਈ ਹੋਈ ਹੈ। ਇਹ ਲੋਕ ਪੰਜਾਬ ਦੀ ਖੁਸ਼ਹਾਲੀ ਨੂੰ ਦੇਖਣਾ ਨਹੀਂ ਚਾਹੁੰਦੇ ਔਰ ਇਹ ਲੋਕ ਜਦੋਂ ਸਿੱਖ ਆਵਾਜ਼ ਚੱਕਦੇ ਆ ਇਹ ਕਹਿੰਦੇ ਜੀ ਖਾਲਿਸਤਾਨੀ ਆ। ਜਦੋਂ ਕੋਈ ਮੁਸਲਮਾਨ ਵੀਰ ਸਾਡਾ ਆਵਾਜ਼ ਚੱਕਦਾ ਇਹ ਕਹਿੰਦੇ ਜੀ ਇਹ ਅੱਤਵਾਦੀ ਆ ਜੀ। ਜਦੋਂ ਕੋਈ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ ਆਪਣੀ ਆਵਾਜ਼ ਚੱਕਦਾ ਇਹ ਕਹਿੰਦੇ ਜੀ ਇਹ ਨਕਸਲੀ ਹੈਗੇ ਆ ਜੀ, ਮਨੂਵਾਦੀ ਹੈ, ਮਤਲਬ ਇਹ ਸਾਡੇ ਇੱਦਾਂ ਦੀਆਂ ਗੱਲਾਂ। ਸੋ ਇਹ ਜਿਹੜਾ RSS ਦਾ ਏਜੰਡਾ ਹੈਗਾ ਇਹ ਭਾਰਤੀ ਸੰਵਿਧਾਨ ਦੇ ਖਿਲਾਫ ਹੈ। ਕੱਲ 25 ਦਸੰਬਰ ਸੀ, ਯਿਸੂ ਮਸੀਹ ਦਾ ਜਨਮ ਦਿਨ ਵੀ ਸੀਗਾ ਔਰ 25 ਦਸੰਬਰ ਨੂੰ ਡਾਕਟਰ ਅੰਬੇਡਕਰ ਨੇ ਮਨੂ ਸਮ੍ਰਿਤੀ ਜਲਾਈ ਵੀ ਸੀਗੀ। ਡਾਕਟਰ ਅੰਬੇਡਕਰ ਵੱਡਾ ਸਕਾਲਰ, ਇੱਦਾਂ ਹਲੇ ਇੰਡੀਆ 'ਚ ਜੰਮਿਆ ਨਹੀਂ ਹੈਗਾ। ਉਹ ਇਹੋ ਜਿਹੀ ਫੈਮਿਲੀ ਦੇ ਵਿੱਚ ਜੰਮਿਆ ਜਿੱਥੇ ਪੜ੍ਹਨਾ ਲਿਖਣਾ ਕਿ ਬਹੁਤ ਵੱਡਾ ਸੁਪਨਾ ਸੀ। ਉਹਨੇ ਮਨੂ ਸਮ੍ਰਿਤੀ ਜਲਾਈ, ਭਾਰਤੀ ਸੰਵਿਧਾਨ ਦੀ ਰਚਨਾ ਕਰਤੀ। ਅੱਜ ਭਾਰਤੀ ਸੰਵਿਧਾਨ ਦੇ ਖਿਲਾਫ ਇੱਕ ਕਾਰਪੋਰੇਟ ਹਾਊਸ ਖੜੇ ਹੋ ਗਏ ਹੈ। ਸੋ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਅੰਦੋਲਨ ਸਿੱਖਾਂ ਦਾ ਅੰਦੋਲਨ ਨਹੀਂ ਹੈ, ਇਹ ਅੰਦੋਲਨ ਮੁਸਲਮਾਨਾਂ ਦਾ ਨਹੀਂ ਹੈ, ਇਹ ਹਿੰਦੂਆਂ ਦਾ ਨਹੀਂ ਹੈ, ਇਹ ਕਿਸਾਨਾਂ ਦਾ ਅੰਦੋਲਨ ਹੈ, ਇਹ ਪੂਰੇ ਭਾਰਤ ਦਾ ਅੰਦੋਲਨ ਹੈ, ਇਹ ਪੰਜਾਬੀਆਂ ਦਾ ਅੰਦੋਲਨ ਨਹੀਂ ਹੈ। ਮੈਂ ਖਾਸ ਤੌਰ ਤੇ ਕਹਿਣਾ ਚਾਹਾਂਗਾ, ਪਹਿਲਾਂ ਗੱਲ ਕਰਦੇ ਆ ਜੀ ਇਹ ਜੀ ਪੰਜਾਬੀ ਮੂਹਰੇ ਆ ਰਹੇ ਆ ਜੀ। ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਵੀ ਪੰਜਾਬੀ ਮੂਹਰੇ ਆਏ ਸੀਗੇ। ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਬੰਗਾਲ ਦੇ ਲੋਕ ਮੂਹਰੇ ਆਏ ਸੀਗੇ। ਕਿਆ ਪੰਜਾਬੀਆਂ ਨੂੰ, ਕਿਆ ਪੰਜਾਬ ਦੇ ਲੋਕਾਂ ਨੂੰ, ਕਿਆ ਬੰਗਾਲ ਦੇ ਲੋਕਾਂ ਨੂੰ ਆਜ਼ਾਦੀ ਚਾਹੀਦੀ ਸੀ? ਆਜ਼ਾਦੀ ਯੂਪੀ ਦੇ ਲੋਕਾਂ ਨੂੰ ਵੀ ਚਾਹੀਦੀ ਸੀ, ਬਿਹਾਰ ਦੇ ਲੋਕਾਂ ਨੂੰ ਵੀ ਚਾਹੀਦੀ ਸੀ, ਮਹਾਰਾਸ਼ਟਰ ਨੂੰ ਵੀ ਚਾਹੀਦੀ ਸੀ, ਮੱਧ ਪ੍ਰਦੇਸ਼ ਦੇ ਲੋਕਾਂ ਨੂੰ ਵੀ ਚਾਹੀਦੀ ਸੀ। ਲੇਕਿਨ ਕੁਝ ਲੋਕ ਲੀਡ ਕਰਦੇ ਆ, ਕੁਝ ਲੋਕ ਉਸ ਰਾਹ ਤੇ ਚੱਲਦੇ ਆ। ਸੋ ਇਹ ਜਿਹੜੀ ਲੀਡ ਹੁਣ ਪੰਜਾਬ ਨੇ ਦਿੱਤੀ ਆ ਉਹਦੇ ਰਾਹ ਤੇ ਤੁਸੀਂ ਦੇਖਿਆ ਉੱਤਰਾਖੰਡ ਹੁਣ ਮੂਹਰੇ ਆ ਗਿਆ, ਬਿਹਾਰ ਮੂਹਰੇ ਆ ਰਿਹਾ, ਉੱਤਰ ਪ੍ਰਦੇਸ਼ ਮੂਹਰੇ ਆ ਰਿਹਾ। ਮੋਦੀ ਜੀ ਗੱਲਾਂ ਕਿਹਦੇ ਨਾਲ ਕਰਦੇ ਆ? ਉਹ ਕਿਸਾਨ ਨਾਲ ਕਰਦੇ ਆ ਜਿਹੜਾ ਆਪਣੇ ਘਰੇ ਬੈਠਾ, ਜਿਹੜਾ ਬਾਰਡਰਾਂ ਤੇ ਬੈਠਾ ਉਹਦੇ ਨਾਲ ਗੱਲ ਹੀ ਨਹੀਂ ਕਰ ਰਹੇ, ਉਹਦੇ ਨਾਲ ਵੀਡੀਓ ਕਾਨਫਰੰਸ ਨਹੀਂ ਕਰ ਰਹੇ। ਕਿਉਂ? ਕਿਉਂਕਿ ਇਹਨਾਂ ਨੂੰ ਪਤਾ ਅਸੀਂ ਉੱਥੇ ਅਗਰ ਗੱਲ ਕਰਾਂਗੇ ਮੂੰਹ ਦੀ ਖਾਵਾਂਗੇ। ਇਹ ਜਿਹੜੇ 3 ਕਾਲੇ ਕਾਨੂੰਨ ਆ ਵਾਪਸ ਲੈਣੇ ਹੀ ਪੈਣੇ ਆ, ਅੱਜ ਨਹੀਂ ਤਾਂ ਕੱਲ। ਜਿੱਤ ਬਹੁਤ ਨੇੜੇ ਆ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ। ਸੋ ਤੁਸੀਂ ਦੇਖ ਸਕਦੇ ਹੋ ਲੁਧਿਆਣੇ ਦਾ ਸਿੰਘੂ ਬਾਰਡਰ ਇਹਨੂੰ ਕਿਹਾ ਜਾ ਰਿਹਾ, ਰਿਲਾਇੰਸ ਪੰਪ ਜੋ ਕਿੰਨੇ ਦਿਨਾਂ ਦਾ ਚੱਲ ਰਿਹਾ ਸੀ। ਜ਼ਰੂਰ ਕਿਸਾਨ ਜਥੇਬੰਦੀਆਂ, ਵੱਖ-ਵੱਖ ਕਿਸਾਨਾਂ ਨੇ ਵੀ ਕਿਹਾ ਸੀ ਵੀ ਇਹ ਜੀਓ ਤੇ ਰਿਲਾਇੰਸ ਪੰਪਾਂ ਦਾ ਜਿੰਨਾ ਹੋ ਸਕਦਾ ਤੁਸੀਂ ਬਾਈਕਾਟ ਕਰੋ। ਜ਼ਰੂਰ ਪਿੰਡਾਂ 'ਚ ਬੰਦ ਹੋ ਗਏ ਸੀ ਪਰ ਲੁਧਿਆਣੇ ਸ਼ਹਿਰ 'ਚ ਅਕਸਰ ਤੁਸੀਂ ਨਿਕਲਦੇ ਸੀ ਜਦੋਂ ਵੀ ਡੁਗਰੀ ਤੋਂ ਤਾਂ ਤੁਹਾਨੂੰ ਇਹ ਪੰਪ ਚੱਲਦਾ ਮਿਲਦਾ ਸੀਗਾ। ਸੋ ਕੱਲ ਗੁਰਪਾਲ ਗਰੇਵਾਲ ਸਰਾਭਾ ਨੇ ਇਹ ਬੰਦ ਕਰਾਇਆ ਤੇ ਹੁਣ ਇੱਥੇ ਪੱਕਾ ਮੋਰਚਾ ਲੱਗ ਚੁੱਕਾ ਹੋਇਆ। ਤੁਹਾਨੂੰ ਦੱਸ ਦਈਏ ਲੰਗਰ ਦੀ ਸੇਵਾ ਵੀ ਹੋ ਰਹੀ ਹੈ ਤੇ ਟੈਂਟ ਦੀ ਵੀ ਇੱਥੇ ਪੂਰੀ ਸੇਵਾ, ਮਤਲਬ ਪੱਕਾ ਇੱਕ ਤਰ੍ਹਾਂ ਦਾ ਮੋਰਚਾ ਇੱਥੇ ਲੱਗ ਚੁੱਕਾ। ਤੇ ਇੱਥੇ ਜਦੋਂ ਅਸੀਂ ਇੰਟਰਵਿਊ ਕਰ ਰਹੇ ਸੀ ਉਹਦੇ ਚਲਦੇ ਹੀ ਇੱਕ ਵੀਰ ਵੀ ਆਇਆ ਸੀ, ਉਹਨੇ ਚਾਹ ਦੀ ਸੇਵਾ ਕੀਤੀ ਹੈ। ਸੋ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਵੀ ਉਹੀ ਬਾਰਡਰ ਵਾਲਾ ਮਾਹੌਲ ਹੀ ਜੋ ਧਰਨਾ ਉੱਥੇ ਲੱਗਿਆ, ਇੱਥੇ ਵੀ ਮਾਹੌਲ ਉੱਥੇ ਹੀ ਉਸ ਤਰ੍ਹਾਂ ਦਾ ਬਣ ਚੁੱਕਾ ਹੈ। ਸੋ ਇਹ ਸੀਗੀ ਅੱਜ ਦੀ ਖਬਰ। ਵਧੇਰੀ ਖਬਰਾਂ ਲਈ ਜੁੜੇ ਰਹੋ ਲੁਧਿਆਣਾ ਟਾਈਮਸ ਦੇ ਨਾਲ। ਕੈਮਰਾਮੈਨ ਸਤਵੰਤ ਮਠਾਰੂ ਦੇ ਨਾਲ ਕੁਵਰਜੋਤ ਸਿੰਘ ਦੀ ਰਿਪੋਰਟ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।